जी की फतेह। ਅਸੀਂ ਭੈਣ ਜੀ ਨੂੰ ਰਿਕੁਐਸਟ ਕਰਦੇ ਹਾਂ ਜੋ ਲੜੀਵਾਰ ਆਨੰਦ ਸਾਹਿਬ ਦੀ ਵਿਚਾਰ ਸ਼ੁਰੂ ਕੀਤੀ ਹੈ ਉਹਨੂੰ ਹੁਣ ਅੱਗੇ ਵਧਾਉਣ ਤੇ ਅਸੀਂ ਇਹਨਾਂ ਦੇ ਟਿਊਜ਼ਡੇ ਦਾ ਬੜਾ ਇੰਤਜ਼ਾਰ ਰਹਿੰਦਾ ਕਿ ਸਾਨੂੰ ਹੋਰ ਕੁਝ ਗਿਆਨ ਮਿਲੇਗਾ ਭੈਣ ਜੀ ਕੋਲੋਂ। ਔਰ ਭੈਣ ਜੀ ਬਹੁਤ ਗਹਿਰਾਈ ਵਿੱਚ ਜਾ ਕੇ ਬੜੀ ਖੋਜ ਕਰਕੇ ਬੜੀ ਮਿਹਨਤ ਕਰਕੇ ਸਾਨੂੰ ਆਨੰਦ ਸਾਹਿਬ ਜੀ ਦੇ ਜੋ ਅਰਥ ਹੈ ਉਹ ਸਮਝਾ ਰਹੇ ਨੇ। ਤੇ ਓਵਰ ਟੂ ਯੂ ਭੈਣ ਜੀ, ਆਲਰੇਡੀ ਅਸੀਂ ਲੇਟ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ। ਸ਼ਬਦ ਰਤਨ ਜਿਤ ਮਨ ਲਗਾ, ਇਹ ਹੋਆ ਸਮਾਓ। ਸ਼ਬਦ ਸੇਤੀ ਮਨ ਮਿਲਿਆ, ਸੱਚੇ ਲਾਇਆ ਪਾਓ। ਆਪੇ ਹੀਰਾ ਰਤਨ ਆਪੇ, ਜਿਸਨੋ ਦੇ 부ਝਾਏ। ਕਹੇ ਨਾਨਕ ਸ਼ਬਦ ਰਤਨ ਹੈ, ਹੀਰਾ ਜਿਤ ਚੜਾਓ। ਆਨੰਦ ਸਾਹਿਬ ਦੀ ਚੱਲ ਰਹੀ ਲੜੀਵਾਰ ਵਿਆਖਿਆ ਦੇ ਵਿੱਚ ਅੱਜ ਆਪਾਂ ਸਾਰੇ ਰਲ ਮਿਲ ਕੇ ਆਨੰਦ ਸਾਹਿਬ ਦੀ ਪੌੜੀ ਨੰਬਰ 25, 26 ਤੇ 27 ਇਹਨਾਂ ਤਿੰਨਾਂ ਪੌੜੀਆਂ ਦੀ ਜਿਹੜੀ ਵਿਚਾਰ ਆ ਉਹ ਆਪਸ 'ਚ ਰਲ ਮਿਲ ਕੇ ਆਪਾਂ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੇ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ। ਗੁਰੂ ਦਾ ਸ਼ਬਦ, ਗੁਰਬਾਣੀ, ਇਹ ਜਿਹੜਾ ਸ਼ਬਦ ਆ ਇਹ ਇੱਕ ਰਤਨ ਹੈ ਤੇ ਅਕਾਲ ਪੁਰਖ ਦਾ ਜਿਹੜਾ ਨਾਮ, ਅਕਾਲ ਪੁਰਖ ਦੇ ਦੱਸੇ ਗਏ ਗੁਣ ਉਹ ਇਸ ਵਿੱਚ ਹੀਰੇ ਦੀ ਤਰ੍ਹਾਂ ਜੜੇ ਹੋਏ ਆ। ਇਹ ਬਾਣੀ ਅਮੋਲਕ ਹੈ, ਇਹ ਆਪਾਂ ਸ਼ੁਰੂ ਤੋਂ ਹੀ ਸੁਣਦੇ ਆ, ਪੜ੍ਹਦੇ ਆ ਔਰ ਪਤਾ ਹੈ ਕਿ ਬਾਣੀ ਜਿਹੜੀ, ਗੁਰਬਾਣੀ ਜਿਹੜੀ ਆ ਇਹ ਅਮੋਲਕ ਹੈ। ਇਸ ਅਮੋਲਕ ਬਾਣੀ ਦੇ ਵਿੱਚ, ਅਮੋਲਕ ਦਾਤ ਦੇ ਵਿੱਚ ਗੁਰੂ ਦਾ ਉਪਦੇਸ਼ ਹੀਰਿਆਂ ਦੀ ਤਰ੍ਹਾਂ ਜਿਹੜਾ ਹੈ ਉਹ ਜੜਿਆ ਹੋਇਆ। ਸ਼ਬਦ ਆਮ ਬੋਲਚਾਲ ਦੇ ਵਿੱਚ ਜਿਹੜੇ ਆਪਾਂ ਗੱਲਾਂ ਬਾਤਾਂ ਕਰਦੇ ਆ ਉਹ ਵੀ ਜਿਹੜੇ ਨੇ ਉਹ ਵੀ ਸ਼ਬਦ ਹੀ ਹੁੰਦੇ ਆ, ਕਿਉਂਕਿ ਸ਼ਬਦ ਹੋਣਗੇ ਤਾਂ ਹੀ ਅਸੀਂ ਇੱਕ ਦੂਸਰੇ ਤੱਕ ਜਿਹੜੇ ਆਪਣੇ ਮਨ ਦੇ ਭਾਵ ਆ ਉਹ ਪਹੁੰਚਾ ਸਕਦੇ ਆ। ਪਰ ਜਿਹੜੇ ਸਾਡੇ ਸ਼ਬਦ ਆ ਨਾ ਉਹ ਰਤਨ ਨਹੀਂ। ਸਾਡੇ ਜਿਹੜੇ ਸ਼ਬਦ ਆ ਉਹਨਾਂ ਦੇ ਵਿੱਚ ਜ਼ਰੂਰੀ ਨਹੀਂ ਆ ਕਿ ਉਹਨਾਂ ਦੇ ਵਿੱਚ ਜਿਹੜੀ ਵਿਚਾਰ ਆ ਉਹ ਹੀਰਿਆਂ ਦੀ ਤਰ੍ਹਾਂ ਉਹ ਵਿਚਾਰ ਜਿਹੜੀ ਆ ਉਹ ਜੜੀ ਹੋਈ। ਸਾਡੇ ਸ਼ਬਦਾਂ ਦੇ ਵਿੱਚ ਈਰਖਾ ਵੀ ਹੈ, ਦਵੈਸ਼ ਵੀ ਹੈ, ਨਿੰਦਾ ਵੀ ਹੈ, ਚੁਗਲੀ ਵੀ ਹੈ, ਇੱਕ ਦੂਸਰੇ ਨੂੰ ਮਾੜਾ ਕਹਿਣ ਦੀ ਭਾਵਨਾ, ਮਾੜਾ ਬੋਲੇ ਜਾਣ ਵਾਲੇ ਸ਼ਬਦ, ਮਾੜਾ ਕਹੇ ਜਾਣ ਵਾਲੀਆਂ ਕਈ ਗੱਲਾਂ, ਇਹ ਸਾਰਾ ਕੁਝ ਸਾਡੇ ਸ਼ਬਦਾਂ ਦੇ ਵਿੱਚ ਇਹ ਸੁਮੇਲ ਜਿਹੜਾ ਹੈ ਇਹ ਲੁਕਿਆ ਪਿਆ। ਪਰ ਗੁਰਬਾਣੀ ਜਿਹੜੀ ਆ, ਜਿਹੜੇ ਗੁਰਬਾਣੀ ਦੇ ਸ਼ਬਦ ਨੇ ਉਹਨਾਂ ਦੇ ਵਿੱਚ ਕਿਸੇ ਮਨੁੱਖ ਦੀ ਜਿਹੜੀ ਆ ਨਾ ਉਹ ਨਹੀਂ ਵਡਿਆਈ ਕੀਤੀ ਗਈ ਤੇ ਨਾ ਹੀ ਕਿਸੇ ਦੇ ਕਹੇ ਹੋਏ ਇਹ ਆਪਣੇ ਸ਼ਬਦ ਆ, ਕਿਉਂਕਿ ਹਮ ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਕਮਾਓ ਜੀ। ਕਿਉਂਕਿ ਅਸੀਂ ਗੁਰਬਾਣੀ ਵਿੱਚ ਪੜ੍ਹਦੇ ਹਾਂ, ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇਲਾ। ਕਿਉਂਕਿ ਅਸੀਂ ਅਕਸਰ ਬਾਣੀ ਵਾਸਤੇ ਪੜ੍ਹਦੇ ਹਾਂ, ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਔਰ ਇਸੇ ਸ਼ਬਦਾਂ ਦੇ ਲਈ ਅਸੀਂ ਇਹ ਗੱਲ ਪੜ੍ਹਦੇ ਹਾਂ, ਤੇਰੇ ਬਚਨ ਅਨੂਪ ਅਪਾਰ ਸੰਤਨ ਆਧਾਰ ਬਾਣੀ ਵਿਚਾਰੀਏ ਜੀ। ਕਿ ਤੇਰੇ ਜਿਹੜੇ ਬਚਨ ਨੇ ਉਹ ਬੜੇ ਅਨੂਪ ਹਨ, ਗੁਰਮੁਖਾਂ ਦੇ ਜੀਵਨ ਦਾ ਆਧਾਰ ਹਨ। ਤਾਂ ਹੀ ਕਰਕੇ ਤਾਂ ਇਸ ਗੁਰਬਾਣੀ ਦੇ ਨਾਲ ਅਸੀਂ ਰਿਸ਼ਤਾ ਜੋੜਨਾ ਹੈ, ਕਿਉਂਕਿ ਇਹ ਧੁਰ ਕੀ ਬਾਣੀ, ਗੁਰੂ ਦਾ ਸ਼ਬਦ ਰਤਨ ਹੈ। ਕਿਉਂਕਿ ਸੱਚੇ ਪਾਤਸ਼ਾਹ ਨੇ ਲਿਖ ਕੇ ਇਹ ਗਵਾਹੀ ਦਿੱਤੀ ਹੈ ਕਿ ਗੁਰ ਕਾ ਸ਼ਬਦ ਰਤਨ ਹੈ, ਹੀਰਿਆਂ ਦੀ ਖਾਣ ਹੈ, ਰਤਨਾਂ ਦੀ ਖਾਣ ਹੈ ਗੁਰੂ ਦਾ ਸ਼ਬਦ। ਤੇ ਜਿਹਦਾ ਮਨ, ਜਿਸ ਬੰਦੇ ਦਾ ਵੀ ਮਨ, ਜਿਹੜਾ ਬੰਦਾ ਮਨ ਕਰਕੇ ਇਨ ਬਿਨ ਗੁਰੂ ਦੇ ਉਪਦੇਸ਼ ਨੂੰ ਮੰਨਦਾ ਹੈ
ਗੁਰੂ ਦੇ ਕਹੇ ਹੋਏ ਸ਼ਬਦਾਂ ਨੂੰ ਮੰਨਦਾ ਹੈ, ਫਿਰ ਸਦਾ ਵਾਸਤੇ ਉਹ ਇਹਨਾਂ ਸ਼ਬਦਾਂ ਦੇ ਵਿੱਚ ਹੀ ਲਵਲੀਨ ਹੋ ਜਾਂਦਾ ਹੈ। ਦੇਖੋ, ਇਸ ਸੰਸਾਰ ਦੇ ਵਿੱਚ ਰਹਿੰਦੇ ਆ ਨਾ, ਇੱਕ ਚਾਹਨਾ ਹੁੰਦੀ ਆ ਇਨਸਾਨ ਦੀ, ਜਿੰਨੀ ਦੇਰ ਤੱਕ ਅਸੀਂ ਜੀਂਦੇ ਆ ਨਾ, ਇੱਕ ਖਵਾਹਿਸ਼ ਹੁੰਦੀ ਹੈ ਕਿ ਮੈਂ ਜਿੰਦੇ ਜੀ ਇੰਨਾ ਕੁ ਧਨ ਪਦਾਰਥ ਇਕੱਠਾ ਕਰ ਲਵਾਂ, ਇੰਨੇ ਕੁ ਆਪਣੀ ਸੁੱਖ ਸਹੂਲਤਾਂ ਇਕੱਠੀਆਂ ਕਰ ਲਵਾਂ ਕਿ ਬਾਅਦ ਜਿੰਨੀ ਕੁ ਮੇਰੀ ਜ਼ਿੰਦਗੀ ਆ, ਮੈਨੂੰ ਕਿਸੇ ਦੀ ਮੁਹਤਾਜੀ ਨਾ ਰਹੇ, ਮੈਂ ਕਿਸੇ ਦਾ ਮੁਹਤਾਜ ਨਾ ਹੋਵਾਂ, ਮੈਂ ਇੰਨੀ ਕੁ ਮਿਹਨਤ ਕਰ ਲਵਾਂ। ਇਹ ਚੰਗੀ ਗੱਲ ਆ, ਇਹਦੇ 'ਚ ਕੋਈ ਮਾੜੀ ਗੱਲ ਨਹੀਂ ਹੈ। ਪਰ ਜਿਸ ਵੇਲੇ ਮਨ ਦੇ ਵਿੱਚ ਇਹ ਆ ਜਾਵੇ ਕਿ ਮੈਂ ਅਮੀਰ ਹੋ ਜਾਵਾਂ, ਮੇਰੇ ਕੋਲ ਇੰਨੀਆਂ ਕੁ ਸੁੱਖ ਸਹੂਲਤਾਂ ਹੋ ਜਾਣ ਤਾਂ ਕਿ ਮੈਂ ਦੂਸਰੇ ਨੂੰ ਨੀਵਾਂ ਦਿਖਾ ਸਕਾਂ, ਤਾਂ ਕਿ ਮੈਂ ਇਸ ਤਰ੍ਹਾਂ ਦਾ ਬਣ ਜਾ, ਮੈਂ ਆਪਣੀ ਪ੍ਰਭੁਤਾ ਇਸ ਤਰ੍ਹਾਂ ਦੀ ਸ਼ੋਅ ਕਰਾਂ ਕਿ ਮੇਰੇ ਤੋਂ ਉੱਪਰ ਜਿਹੜਾ ਵਾ ਉਹ ਕੋਈ ਹੋਰ ਹੈਗਾ ਹੀ ਨਹੀਂ ਹੈ। ਐਸੀ ਜਿਹੜੀ ਸੋਚ ਆ ਨਾ, ਐਸੀ ਸੋਚ ਵਾਸਤੇ ਫਿਰ ਅਸੀਂ ਕਈ ਵਾਰੀ ਇਸ ਤਰ੍ਹਾਂ ਦੇ ਦਿਖਾਵੇ ਕਰਦੇ ਆ, ਕਈ ਵਾਰੀ ਇਸ ਤਰ੍ਹਾਂ ਦੇ ਦਿਖਾਵਿਆਂ ਦੇ ਸ਼ਬਦ ਬੋਲਦੇ ਆ, ਪੱਲੇ ਸਾਡੇ ਕੁਝ ਨਹੀਂ ਹੁੰਦਾ, ਪਰ ਦਿਖਾਵੇ ਵਾਸਤੇ ਅਸੀਂ ਜਿਹੜੇ ਸ਼ਬਦ ਇਹੋ ਜਿਹੇ ਬੋਲਦੇ ਆ, ਭਾਈ ਮੇਰੇ ਜਿੰਨਾ ਤਾਂ ਕੋਈ ਅਕਲਮੰਦ ਜਿਹੜਾ ਵਾ ਉਹ ਹੈ ਹੀ ਨਹੀਂ। ਔਰ ਇਸ ਤਰ੍ਹਾਂ ਦੇ ਜਦੋਂ ਅਸੀਂ ਸ਼ਬਦ ਬੋਲਦੇ ਆ, ਅੰਦਰ ਹੋਰ ਬਾਹਰ ਹੋਰ, ਫਿਰ ਇਹੋ ਜਿਹੀ ਜ਼ਿੰਦਗੀ ਅਕਸਰ ਜਿਹੜੀ ਆ ਗੁਰੂ ਦੇ ਸ਼ਬਦ ਤੋਂ ਬਿਨਾਂ ਇਹ ਕੁਰਾਏ ਪੈ ਜਾਂਦੀ ਹੈ। ਹੁਣ ਦਾਤੇ ਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ, ਕਿਉਂਕਿ ਤੁਮ ਦਾਤੇ ਠਾकुर ਪ੍ਰਤਪਾਲਕ ਨਾਇਕ ਖਸਮ ਹਮਾਰੇ, ਉਹਦੇ ਘਰ 'ਚ ਕਿਸੇ ਚੀਜ਼ ਦੀ ਕਮੀ ਨਹੀਂ। ਤੇ ਜਿਸ ਘਰ ਦੇ ਵਿੱਚ ਉਹਨਾਂ ਸ਼ਬਦਾਂ ਦਾ ਪ੍ਰਕਾਸ਼ ਹੋਣਾ ਹੋਵੇ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਣਾ ਹੋਵੇ ਜਿਸ ਇਮਾਰਤ ਵਿੱਚ, ਉਹ ਇਮਾਰਤ ਗੁਰਦੁਆਰਾ ਬਣ ਜਾਂਦੀ। ਤੁਸੀਂ ਦੇਖੋ, ਘਰ ਦੇ ਵਿੱਚ ਵੀ ਜੇ ਅਸੀਂ ਪ੍ਰਕਾਸ਼ ਕੀਤਾ ਹੈ ਨਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪ੍ਰਕਾਸ਼ ਹੈਗੇ ਨੇ, ਜਦੋਂ ਤੁਸੀਂ ਉਸ ਕਮਰੇ ਦੇ ਵਿੱਚ ਜਾਂਦੇ ਆ, ਉਸ ਰੂਮ 'ਚ ਜਾਂਦੇ ਆ ਜਿੱਥੇ ਗੁਰੂ ਮਹਾਰਾਜ ਦੇ ਪ੍ਰਕਾਸ਼ ਨੇ, ਜਿੱਥੇ ਗੁਰੂ ਮਹਾਰਾਜ ਬਿਰਾਜਮਾਨ ਨੇ, ਉਸ ਜਗ੍ਹਾ ਤੇ ਜਿਹੜੀਆਂ ਵਾਈਬਸ ਨੇ, ਉਸ ਜਗ੍ਹਾ ਦੀ ਜਿਹੜੀਆਂ ਵਾਈਬ੍ਰੇਸ਼ਨ ਆ, ਤੁਹਾਨੂੰ ਇੱਕ ਅਲੱਗ ਹੀ ਜਿਹੜੀ ਉੱਥੋਂ ਨਾ ਅਲੱਗ ਤਰ੍ਹਾਂ ਦੀ ਜਿਹੜੀ ਫੀਲਿੰਗ ਆ ਉਹ ਆਵੇਗੀ। ਕਿਉਂਕਿ ਸੱਚੀ ਬਾਣੀ ਆ ਨਾ, ਸੱਚੀ ਬਾਣੀ ਦਾ ਜਿਹੜਾ ਵਾ ਉਹ ਪ੍ਰਕਾਸ਼ ਹੈ। ਤੇ ਜਿਸ ਹਿਰਦੇ ਦੇ ਵਿੱਚ ਗੁਰੂ ਦੀ ਬਾਣੀ ਦਾ ਪ੍ਰਕਾਸ਼ ਹੋ ਜਾਵੇ, ਜਿਸ ਹਿਰਦੇ ਦੇ ਵਿੱਚ ਗੁਰੂ ਦੀ ਬਾਣੀ ਦਾ ਆ ਕੇ ਵਸ ਜਾਵੇ, ਜਿਸ ਹਿਰਦੇ ਦੇ ਵਿੱਚ ਇਹ ਜਿਹੜੇ ਆ ਸ਼ਬਦ ਵਸ ਜਾਣ, ਫਿਰ ਉਹ ਹਿਰਦਾ ਕਿਵੇਂ ਨਾ ਪਵਿੱਤਰ ਹੋਏਗਾ, ਉਹ ਹਿਰਦਾ ਫਿਰ ਕਿਵੇਂ ਨਾ ਗੁਰਦੁਆਰਾ ਬਣ ਜਾਏਗਾ। ਉਹ ਹਿਰਦਾ ਵੀ ਗੁਰੂ ਦਾ ਦੁਆਰਾ ਬਣ ਜਾਂਦਾ ਜਿਸ ਹਿਰਦੇ ਵਿੱਚ ਇਹ ਜਿਹੜੇ ਸ਼ਬਦ ਆ ਇਹਨਾਂ ਦਾ ਪ੍ਰਕਾਸ਼ ਹੋ ਜਾਵੇ। ਅਸੀਂ ਦਿਖਾਵੇ, ਅਸੀਂ ਗਹਿਣਾ ਗੱਟਾ ਪਾਉਂਦੇ ਹਾਂ, ਮਾੜੀ ਗੱਲ ਨਹੀਂ ਹੈ, ਖੂਬਸੂਰਤ ਲੱਗਣ ਵਾਸਤੇ ਪਾਉਂਦੇ ਆ, ਪਰ ਇਹ ਗਹਿਣੇ ਅਸੀਂ ਕਿਸ ਵਾਸਤੇ ਪਾਏ ਆ? ਕੀ ਇਹ ਗਹਿਣਾ ਅਸੀਂ ਖੂਬਸੂਰਤੀ ਵਾਸਤੇ ਪਾਇਆ ਹੈ, ਜਾਂ ਇਸ ਲਈ ਪਾਇਆ ਕਿ ਦਿਖਾਵੇ ਵਾਸਤੇ, ਮੈਂ ਦੂਜੇ ਨੂੰ ਦਿਖਾਵਾਂ ਮੇਰੇ ਕੋਲ ਇੰਨਾ ਹੈ? ਨੀਤ ਕੀ ਹੈ ਇਹਦੇ ਪਿੱਛੇ ਸਾਡੀ? ਇਸੇ ਤਰ੍ਹਾਂ ਜਿਹੜੇ ਗੁਰੂ ਦੇ ਸ਼ਬਦ ਦੇ ਗਹਿਣੇ ਅਸੀਂ ਪਹਿਨਣੇ, ਸ਼ਬਦਾਂ ਦੇ ਉਸ ਤਰ੍ਹਾਂ ਅਸੀਂ ਗਹਿਣੇ ਬੜੇ ਪਹਿਨੇ ਹੋਏ ਨੇ, ਬੜੇ ਸ਼ਬਦਾਂ ਦੇ ਲਪੇਟ ਕੇ ਅਸੀਂ ਗਹਿਣੇ ਪਾਉਂਦੇ ਆ, ਤੇ ਅਸੀਂ ਵੇਚਦੇ ਵੀ ਆ, ਸ਼ਬਦਾਂ ਦੇ ਗਹਿਣੇ ਵੇਚਦੇ ਆ ਬਣਾ ਕੇ, ਤਾਂ ਹੀ ਤਾਂ ਲੁੱਟਿਆ ਅੱਜ ਤੱਕ ਸਮਾਜ ਨੂੰ, ਸ਼ਬਦਾਂ ਦੇ ਗਹਿਣੇ ਵੇਚ। ਪਰ ਅਸਲੀ ਗਹਿਣੇ ਜਿਹੜੇ ਪਾਉਣੇ ਨੇ ਉਹ ਗੁਰੂ ਦੇ ਸ਼ਬਦ ਦੇ ਪਾਉਣੇ ਨੇ, ਕਿਉਂਕਿ ਗੁਰੂ ਦਾ ਸ਼ਬਦ ਰਤਨ ਹੈ। ਤੇ ਜਿਹਦੇ ਹਿਰਦੇ ਦੇ ਵਿੱਚ ਕਹਿੰਦੇ ਨਾ, ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ, ਇਹ ਮਨ ਨੀਵਾਂ ਮੱਤ ਉੱਚੀ ਤਾਂ ਹੀ ਹੋਣੀ ਜਿਹਦੇ ਜਿਨਕੇ ਪੱਲੇ ਧਨ ਵਸੇ ਤਿਨਕਾ ਨਾਉ ਫਕੀਰ। ਅੱਗੇ ਸੱਚੇ ਪਾਤਸ਼ਾਹ ਕਹਿੰਦੇ, ਜਿਨਕੇ ਹਿਰਦੇ ਤੂੰ ਵਸੇ ਤੇ ਨਰ ਗੁਣੀ ਗਹੀਰ। ਜੇ ਅੰਦਰ ਹਿਰਦੇ ਦੇ ਵਿੱਚ ਸ਼ਬਦ ਨੂੰ ਸਰੀਰ ਕਰਕੇ ਕੱਲਾ ਧਾਰਨ ਨਹੀਂ ਕਰਨਾ, ਵੀ ਸਰੀਰ ਕਰਕੇ ਮੈਂ ਸ਼ਬਦ ਧਾਰਨ ਕਰ ਲਿਆ ਤੇ ਮੈਂ ਕਹਾਂ ਹਾਂਜੀ ਅਸੀਂ ਬਹੁਤ ਗੁਰਬਾਣੀ ਯਾਦ ਕਰ ਲਈ, ਇਹ ਸਰੀਰ ਕਰਕੇ ਧਾਰਨ ਕਰ ਲਿਆ। ਸ਼ਬਦ ਨੂੰ ਧਾਰਨ ਕਰਨਾ ਹੈ ਅਸੀਂ ਮਨ ਕਰਕੇ। ਅਸੀਂ ਮਨ ਕਰਕੇ ਧਾਰਨ ਨਹੀਂ ਕੀਤਾ, ਅਸੀਂ ਕੱਲਾ ਸਰੀਰ ਕਰਕੇ ਧਾਰਨ ਕੀਤਾ ਵਾ। ਇਸੇ ਕਰਕੇ ਅੱਜ ਸ਼ਬਦਾਂ ਦੇ ਵਿੱਚ ਵੰਡੀਆਂ ਪੈ ਗਈਆਂ। ਕਿਸੇ ਨੂੰ ਭੂਤ ਚਿੰਬੜ ਗਿਆ ਤਾਂ ਸ਼ਬਦ ਦੇ ਦਿਓ, ਕਿਸੇ ਨੇ ਕਿਹਾ ਮੇਰੇ ਸਿਰ ਤੇ ਫਲਾਣਾ ਆਉਂਦਾ ਹੈ, ਉਹਨੂੰ ਸ਼ਬਦ ਦੇ ਦਿਓ। ਕਿਸੇ ਨੇ ਕਿਹਾ ਮੇਰੇ ਘਰ ਦੇ ਵਿੱਚ ਕਲੇਸ਼ ਆ, ਉਹਨੂੰ ਕਿਹਾ ਤੂੰ ਆਹ ਸ਼ਬਦ ਇੰਨੇ ਦਿਨ ਪੜ੍ਹ ਲਾ। ਕਿਸੇ ਨੇ ਕਿਹਾ ਮੇਰੇ ਕਾਰੋਬਾਰ ਦੇ ਵਿੱਚ ਵਾਧਾ ਨਹੀਂ ਹੁੰਦਾ,
ਉਹਨੂੰ ਕਿਹਾ ਤੂੰ ਆਹ ਸ਼ਬਦ ਪੜ ਲੈ, ਕਿਸੇ ਕਿਹਾ ਮੈਂ ਮੁਕੱਦਮਾ ਜਿੱਤਣਾ ਹੈ, ਉਹਨੂੰ ਕਿਹਾ ਤੂੰ ਆਹ ਸ਼ਬਦ ਪੜ ਲੈ। ਮਜ਼ਾਕ ਬਣਾ ਕੇ ਰੱਖ ਦਿੱਤਾ ਗੁਰੂ ਦੇ ਸ਼ਬਦਾਂ ਦਾ, ਮਜ਼ਾਕ ਬਣਾ ਕੇ ਰੱਖ ਦਿੱਤਾ ਬਾਣੀ ਦਾ, ਤੇ ਵੰਡੀਆਂ ਪਾ ਕੇ ਰੱਖ ਦਿੱਤੀਆਂ ਅੱਜ ਗੁਰਬਾਣੀ ਦੇ ਵਿੱਚ। ਗੁਰੂ ਦੇ ਸ਼ਬਦ ਰਤਨ ਸੀ, ਹੀਰਿਆਂ ਦੀ ਖਾਣ ਸੀ, ਪਰ ਅਸੀਂ ਇਹਨਾਂ ਸ਼ਬਦਾਂ ਦੇ ਵਿੱਚ ਵੰਡੀਆਂ ਪਾ ਦਿੱਤੀਆਂ। ਅਸੀਂ ਸ਼ਬਦ ਸਮਝਿਆ ਨਹੀਂ, ਅਸੀਂ ਸਰੀਰ ਕਰਕੇ ਧਾਰਨ ਕਰਨ ਵੱਲ ਧਿਆਨ ਕਰਦੇ ਰਹੇ, ਅਸੀਂ ਮਨ ਕਰਕੇ ਇਹ ਜਿਹੜਾ ਸ਼ਬਦ ਸੀ ਇਹਨੂੰ ਧਾਰਨ ਹੀ ਨਾ ਕੀਤਾ। ਧੰਨ ਗੁਰੂ ਅਮਰਦਾਸ ਪਾਤਸ਼ਾਹ ਫਰਮਾਉਂਦੇ ਨੇ, ਉਹ ਕਹਿੰਦੇ ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿੱਤ ਜੜਾਓ। ਸਤਿਗੁਰ ਦਾ ਸ਼ਬਦ ਇੱਕ ਐਸੀ ਅਮੋਲਕ ਦਾਤ ਹੈ, ਇੱਕ ਐਸੀ ਵੱਡਮੁੱਲੀ ਦਾਤ ਹੈ ਜਿਹਦੇ ਵਿੱਚ ਰੱਬੀ ਸਿਫਤ ਸਲਾਹ ਦੇ ਹੀਰੇ ਜੜੇ ਹੋਏ, ਜਿਹਦੇ ਵਿੱਚ ਰੱਬੀ ਨਾਮ ਦੇ, ਜਿਹਦੇ ਵਿੱਚ ਰੱਬੀ ਗੁਣ ਦੇ ਉਪਦੇਸ਼ ਜਿਹੜੇ ਨੇ ਉਹ ਜੜੇ ਨੇ। ਗੁਰੂ ਦਾ ਸ਼ਬਦ ਰਤਨਾ ਦੀ ਖਾਣ ਹੈ, ਔਰ ਇਸ ਸ਼ਬਦ ਦੇ ਨਾਲ ਜਿਹੜਾ ਵੀ ਜੁੜ ਗਿਆ ਉਹ ਸਦਾ ਵਾਸਤੇ ਇੰਨਾ ਅਮੀਰ ਹੋ ਗਿਆ। ਇਹਨਾਂ ਸ਼ਬਦਾਂ ਨਾਲ ਜੁੜੇ ਸੀ ਬਾਬਾ ਕਬੀਰ ਜੀ, ਇਹਨਾਂ ਸ਼ਬਦਾਂ ਨਾਲ ਜੁੜੇ ਸੀ ਬਾਬਾ ਸਦਨਾ ਜੀ, ਬਾਬਾ ਰਵਿਦਾਸ ਜੀ, ਬਾਬਾ ਨਾਮਦੇਵ ਜੀ, ਜਿਨ੍ਹਾਂ ਨੂੰ ਅਸੀਂ ਨਿਤ ਦਿਨ ਨਤਮਸਤਕ ਹੋਈਏ। ਕਿਉਂ? ਕਿਉਂਕਿ ਸ਼ਬਦ ਦਾ ਪ੍ਰਤਾਪ ਸੀ। ਗੁਰੂ ਦਾ ਸ਼ਬਦ ਇਸ ਲਈ ਰਤਨ ਆ ਕਿਉਂਕਿ ਇਸ ਵਿੱਚ ਅੰਮ੍ਰਿਤ ਹੈ, ਤੇ ਅੰਮ੍ਰਿਤ ਕਿਹੜਾ ਹੈ? ਜਿਹਨੂੰ ਅਸੀਂ ਪੜ੍ਹਦੇ ਹਾਂ, ਝਿਮ ਝਿਮ ਵਰਸੇ ਅੰਮ੍ਰਿਤ ਧਾਰਾ, ਮਨ ਪੀਵੇ ਸੁਣ ਸ਼ਬਦ ਵਿਚਾਰ। ਅੱਗੇ ਸੱਚੇ ਪਾਤਸ਼ਾਹ ਕਹਿੰਦੇ ਸ਼ਬਦ ਰਤਨ ਜਿਤ ਮਨ ਲੱਗ, ਇਹ ਹੋਆ ਸਮਾਓ। ਜਿਨ੍ਹਾਂ ਦਾ ਮਨ, ਜਿਹੜੇ ਵੀ ਗੁਰਮੁਖ ਜਾਂਦਾ ਜਿਹੜਾ ਮਨ ਆ ਉਹ ਸ਼ਬਦ ਰੂਪੀ ਰਤਨਾਂ ਦੇ ਨਾਲ ਲੱਗ ਗਿਆ, ਉਹਨੇ ਅਹਿਮੀਅਤ ਸਮਝ ਲਈ ਸ਼ਬਦਾਂ ਦੀ, ਕਿ ਗੁਰੂ ਦੇ ਸ਼ਬਦ ਦੀ ਅਹਿਮੀਅਤ ਕੀ ਆ। ਜਿਹਨੇ ਮਨ ਕਰਕੇ ਧਾਰਨ ਕਰ ਲਿਆ ਉਹ ਫਿਰ ਮਨ ਕਰਕੇ ਹੀ ਪਰਮਾਤਮਾ ਦੇ ਵਿੱਚ ਇੱਕ ਮਿਕਤਾ ਉਹਦੀ ਐਸੀ ਹੋ ਜਾਂਦੀ ਹੈ ਕਿ ਫਿਰ ਉਹ ਮਨ ਕਰਕੇ ਉਹਨੂੰ ਕੋਈ ਦੂਸਰੀ ਚੀਜ਼ ਦਿਸਦੀ ਹੋਈ ਨਹੀਂ। ਸੱਚੇ ਪਾਤਸ਼ਾਹ ਨੇ ਸਾਨੂੰ ਹੀਰੇ ਦਿੱਤੇ ਸੀ, ਸ਼ਬਦ ਦਿੱਤੇ ਸੀ, ਅਸੀਂ ਸ਼ਬਦਾਂ ਦੀ ਪੂਜਾ ਬਹੁਤ ਕੀਤੀ। ਪੂਜਾ ਵੱਲੋਂ ਕੋਈ ਕਸਰ ਨਹੀਂ ਆ, ਅਸੀਂ ਬਹੁਤ ਪੂਜਾ ਕੀਤੀ ਆ, ਪਰ ਇਸ ਸ਼ਬਦ ਨੂੰ ਪਛਾਣਿਆ ਕੋਈ ਨਹੀਂ। ਜੇ ਪਛਾਣਿਆ ਹੁੰਦਾ ਫਿਰ ਸ਼ਬਦਾਂ 'ਚ ਵੰਡੀਆਂ ਨਾ ਪਾਈਆਂ ਹੁੰਦੀਆਂ, ਫਿਰ ਇਹ ਵੰਡੀਆਂ ਵਾਲਾ ਸਿਸਟਮ ਸਾਡੇ ਵਿੱਚ ਹੋਣਾ ਹੀ ਨਹੀਂ ਸੀ ਜੇ ਅਸੀਂ ਇਹ ਪਛਾਣ ਕੀਤੀ ਹੁੰਦੀ। ਸ਼ਬਦ ਸੇਤੀ ਮਨ ਮਿਲਿਆ, ਸੱਚੇ ਲਾਇਆ ਭਾਵ, ਤੇ ਜਿਨ੍ਹਾਂ ਦਾ ਵੀ ਮਨ ਸ਼ਬਦ ਦੇ ਵਿੱਚ ਮਿਲ ਜਾਂਦਾ ਹੈ, ਜਿਹੜੇ ਵੀ ਸ਼ਬਦ ਦੀ ਬਰਕਤ ਦੇ ਨਾਲ, ਜਿਸ ਮਨੁੱਖ ਦੇ ਅੰਦਰ ਸ਼ਬਦ ਦੀ ਬਰਕਤ ਵਸ ਜਾਂਦੀ ਹੈ, ਤੇ ਉਹਦਾ ਜਿਹੜਾ ਪ੍ਰੇਮ ਆ ਉਹ ਐਸਾ ਪਰਮਾਤਮਾ ਦੇ ਨਾਲ ਹੋ ਜਾਂਦਾ ਹੈ, ਉਹ ਫਿਰ ਇਸ ਤਰ੍ਹਾਂ ਦਾ ਬਣ ਜਾਂਦਾ, ਫਿਰ ਇੱਕੋ ਜਿਹਾ ਹੋ ਜਾਂਦਾ। ਕਿਉਂ? ਉਹਨੇ ਸ਼ਬਦ ਪੜ੍ਹ ਲਿਆ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ। ਉਹ ਕਹਿੰਦਾ ਜੇ ਮੇਰਾ ਰੱਬ ਮਿੱਠ ਬੋਲੜਾ ਹੈ ਤਾਂ ਉਹ ਵੀ ਮਿੱਠ ਬੋਲੜਾ ਹੋ ਜਾਂਦਾ। ਫਿਰ ਉਹਨੇ ਪੜ੍ਹ ਲਿਆ ਨਿਰਵੈਰ, ਜੇ ਮੇਰਾ ਰੱਬ ਨਿਰਵੈਰ ਆ, ਜਿਹਦੇ ਮੈਂ ਸ਼ਬਦ ਪੜ੍ਹਦਾ ਹੈ, ਜੇ ਉਹ ਨਿਰਵੈਰ ਆ, ਤੇ ਫਿਰ ਜਿਹਦੇ ਮਨ ਦੇ ਵਿੱਚ ਸ਼ਬਦ ਵਸ ਗਿਆ ਫਿਰ ਉਹ ਵੀ ਨਿਰਵੈਰ ਹੋ ਜਾਂਦਾ। ਇਸ ਤਰ੍ਹਾਂ ਜੇ ਉਹਨੇ ਕਿਉਂ ਅਹਿਮੀਅਤ ਸਮਝ ਲਈ ਨਾ ਸ਼ਬਦ ਦੀ, ਜਿਸ ਬੰਦੇ ਨੇ ਵੀ ਸ਼ਬਦ ਦੀ ਅਹਿਮੀਅਤ ਸਮਝ ਲਈ ਉਹ ਫਿਰ ਉਹੋ ਜਿਹਾ ਹੀ ਹੋ ਜਾਂਦਾ ਹੈ ਜੋ ਸ਼ਬਦ ਦੇ ਵਿੱਚ ਲਿਖਿਆ ਹੁੰਦਾ। ਜਿਹਨੇ ਦਰਦ ਨੂੰ ਮਹਿਸੂਸ ਕਰ ਲਿਆ, ਦਰਦ ਉਹਨੂੰ ਹੁੰਦਾ ਹੈ, ਦੂਸਰੇ ਬੰਦੇ ਨੂੰ ਦਰਦ ਨਹੀਂ ਹੋਇਆ ਕਰਦਾ। ਕਹਿੰਦੇ ਇੱਕ ਪਰਿਵਾਰ ਇੱਕ ਬੀਚ ਤੇ ਗਿਆ, ਉੱਥੇ ਜਾ ਕੇ ਉੱਥੇ ਇੱਕ ਔਰਤ ਤੁਰੀ ਫਿਰਦੀ ਸੀ ਬੀਚ ਤੇ, ਕਦੀ ਕੁਛ ਚੁੱਕ ਲਾ, ਕਦੀ ਕੁਛ ਚੁੱਕ ਲਾ, ਵਿਚਾਰੀ ਕੁਛ ਨਾ ਕੁਛ ਚੁੱਕ ਰਹੀ ਸੀ। ਤੇ ਉਹ ਜਿਹੜਾ ਪਰਿਵਾਰ ਗਿਆ, ਉਸ ਪਰਿਵਾਰ ਨੇ ਆਖਿਆ, ਕਹਿਣ ਲੱਗੇ ਆਪਣੇ ਬੱਚਿਆਂ ਨੂੰ ਇਹਦੇ ਕੋਲ ਨਾ ਜਾਇਓ, ਕਿਤੇ ਤੁਹਾਨੂੰ ਚੁੱਕ ਕੇ ਨਾ ਲੈ ਜਾਏ, ਕਿਤੇ ਅਗਵਾ ਨਾ ਕਰ ਲਵੇ ਤੁਹਾਨੂੰ। ਤੇ ਇੱਕ ਹੋਰ ਬੰਦਾ ਜਾਣਕਾਰ ਮਿਲਿਆ, ਉਹ ਆਖਣ ਲੱਗਾ, ਉਹ ਕਹਿਣ ਲੱਗਾ ਜੀ ਤੁਸੀਂ ਇਹ ਇਸ ਤਰ੍ਹਾਂ ਕਿਉਂ ਇੱਥੇ ਡਰੇ ਡਰੇ ਬੈਠੇ ਆ, ਬੱਚਿਆਂ ਨੂੰ ਘੁੰਮਣ ਫਿਰਨ ਦਿਓ। ਉਹ ਕਹਿੰਦੇ ਵੀ ਇਹ ਔਰਤ ਤੁਰੀ ਫਿਰਦੀ ਆ, ਕਿਤੇ ਸਾਡਾ ਬੱਚਾ ਹੀ ਨਾ ਚੁੱਕ ਕੇ ਲੈ ਜਾਵੇ। ਉਹ ਕਹਿੰਦਾ ਭਲਿਓ ਇਹ ਡਾਕਟਰ ਆ, ਥੋੜਾ ਟਾਈਮ ਪਹਿਲਾਂ ਇਹ ਬੀਚ ਤੇ ਆਪਣੇ ਬੱਚੇ ਨਾਲ ਆਈ ਸੀ, ਕਿਸੇ ਨੇ ਕੱਚ ਦੀ ਬੋਤਲ ਜਿਹੜੀ ਆ ਉਹ ਤੋੜ ਕੇ ਸੁੱਟੀ ਸੀ, ਇਹਦੇ ਬੱਚੇ ਦੇ ਪੈਰ ਦੇ ਵਿੱਚ ਕੱਚ ਐਸਾ ਲੱਗਾ, ਉਹਨੂੰ ਇਨਫੈਕਸ਼ਨ ਹੋ ਗਈ, ਇਹਦਾ ਬੱਚਾ ਮਰ ਗਿਆ, ਇਹ ਸੰਸਾਰ ਤੋਂ ਚਲਾ ਗਿਆ। ਇਹ ਅੱਜ ਜਦੋਂ ਇਹਦੇ ਕੋਲ ਵਿਹਲਾ ਟਾਈਮ ਹੁੰਦਾ ਹੈ, ਇਸ ਜਗ੍ਹਾ ਤੇ ਆ ਕੇ ਦੁਬਾਰਾ ਇੱਥੇ ਆ ਕੇ ਕਚਰਾ ਕੱਚ ਵਿਚਾਰੀ ਇਕੱਠਾ ਕਰਦੀ ਫਿਰਦੀ ਆ, ਜੋ ਮੇਰੇ ਨਾਲ ਬੀਤੀ ਕਿਸੇ ਹੋਰ ਨਾਲ ਨਹੀਂ ਬੀਤੇ। ਇਹਨੂੰ ਕਹਿੰਦੇ ਦਰਦ ਦਾ ਅਹਿਸਾਸ। ਜਿਸ ਬੰਦੇ ਨੂੰ ਦਰਦ ਦਾ ਅਹਿਸਾਸ ਆ ਨਾ, ਆਪਣੀ ਦਰਦ ਦਾ ਅਹਿਸਾਸ ਆ, ਉਹੀ ਬੰਦਾ
दूसरे की दर्द का एहसास कर सकता, नहीं तो कोई दूसरे की दर्द का एहसास करना भी कुछ सौखी गल। जिन्हें शब्द पढ़ लिया, जिन्हें वेख लिया मेरा रब निरभव आ निर्वैर आ, दूजियां दे नाल जिन्हें मन च ये गल वसा ली, दूजियां दे नाल निर्वैर ओह ही रहूगा जिहदे मन दे विच सच्चा प्रेम वस गया। जिस दिन हिरदे दे विच सच्चा प्रेम वस गया ना, जिस दिन वाकई प्रेमी बन गए, जिस दिन शब्द का निवास हो गया, उस दिन सानू दसन की लोड़ नहीं पैनी कि साडा गुरु धन गुरु नानक पातशाह, लोग आपे ही कह देना तुसी गुरु नानक पातशाह दे बच्चे हो। पता है कि गुरु नानक पातशाह की बाणी ने यह उपदेश दिता है, तो जिदन उस उपदेश से चलने लग पे, उदन चलदा फिरदा साडा कैरेक्टर जिहड़ा ये दसेगा कि असी गुरु ग्रंथ साहिब महाराज नूं मनण वाले, असी एवें वाले एवें किवें नहीं हैगे, असी शब्दां च वंडियां नहीं पाईयां। जिदन असी वाकिया शब्द नूं दिल तो मनना शुरू कर दिता। आपे हीरा रतन आपे जिसनों दे बुझाए, ते ये जिहड़ी सोझी आ ना, ये भी उदों ही मिलनी आ जिस वेले गुरु ग्रंथ साहब दे लड़ लग गए, जिस वेले धन गुरु ग्रंथ साहब महाराज की कल्ली पूजा नहीं की, जिस वेले धन धन गुरु ग्रंथ साहब महाराज दी मनण लगे। अज गुरु ग्रंथ साहब नूं मनदे आ, पर गुरु ग्रंथ साहब महाराज दी नहीं मनदे। जिदन नूं ते दी दा फर्क मिट गया, जिदन नूं ते दी नूं असीं समझ लग गई सानू, उस दिन फिर आपे ही पता लग जाना कि वो आपे ही हीरा, आपे ही रतन, सब कुछ वो आपे है। जिदन शब्द जिहड़ा है ये मन दे विच वस गया। कहे नानक शब्द रतन है, हीरा जित जड़ाओ, गुरु दा शब्द रतन है। परमात्मा दा नाम ਇਹਦੇ ਵਿੱਚ ਹੀਰਾ है, ਤੇ ਇਹ ਜਿਹੜਾ ਵੀ ਇਸ ਹੀਰੇ ਨਾਲ ਜੁੜ ਗਿਆ, ਲਾਹਾ ਜਿਹੜਾ ਜ਼ਿੰਦਗੀ ਦਾ ਹੈ ਉਹ ਵੀ ਉਸੇ ਬੰਦੇ ਨੇ ਪ੍ਰਾਪਤ ਕੀਤਾ ਹੈ। ਦੂਸਰੇ ਬੰਦੇ ਨੂੰ ਜ਼ਿੰਦਗੀ ਦਾ ਲਾਹਾ ਵੀ ਪ੍ਰਾਪਤ ਹੋ ਜਾਂਦਾ। ਦੂਸਰੇ ਦਾ ਜੈ ਆਏ ਤੇ ਨਾ ਆਏ, ਜਿਨ੍ਹਾਂ ਨੇ ਨਾਮ ਦੇ ਨਾਲ, ਜਿਨ੍ਹਾਂ ਨੇ ਸ਼ਬਦ ਦੇ ਨਾਲ ਲਿਵ ਜੋੜ ਲਈ, ਫਿਰ ਜਿੰਦੇ ਜਿੰਦੇ ਵੀ ਉਹੀ ਸਮਝੋ, ਨਹੀਂ ਤਾਂ ਦੂਜੀਆਂ ਤਾਂ ਫਿਰ ਸਾਡੇ ਵਰਗੀਆਂ ਲਾਸ਼ਾਂ ਹੀ ਫਿਰਦੀਆਂ ਜਿਨ੍ਹਾਂ ਦਾ ਸ਼ਬਦ ਨਾਲ ਪ੍ਰੇਮ ਨਹੀਂ। अगे सच्चे पातशाह कहते ने, शिव शक्त आप पाए कै, करता आपे हुक्म वरताए, हुक्म वरताए आप वेखै, गुरमुख किसे बुझाए, तोड़े बंधन होवे मुक्त, शब्द मन वसाए, गुरमुख जिसनो आप करे, सो होवे एकस स्यों लिवलाए, कहे नानक आप करता आपे हुक्म बुझाए। आनंद की प्राप्ति वास्ते की करना चाहिए है ते की असी कर रहे हैं, की होना चाहिए कि जिहदे नाल आनंद जिहड़ा है सानू प्राप्त हो जाए, जिहदे नाल सदा वास्ते साडी जिहड़ी जिंदगी आ वो आत्मक आनंद की अवस्था दे विच वो पहुंच जाए। और इन्ना ही सारियां गल्लां दी जिहड़ी समझ आ बहुत सुंदर विचारां दे के धन गुरु अमरदास पातशाह ने सानू समझाया। इहदे विच दो वर्ड आए, एक शिव एक शक्त। कई शिव शक्त भी पढ़ते हैं, मतलब इको ही है, पर असली जिहड़ा शिव और शक्त। शिव तो भाव है जीवात्मा, जीव जिहड़ी मनुखी सत्ता चेतना, इनू कहा जाता शिव। शक्त तो भाव है माया, माया दा जिहड़ा बाहर कुदरती नजारा जिहड़ा सानू ये दिखाई दे। ये सारे जीव जिहड़े ने ना, एक कादर ने पैदा किए, पैदा करके फिर उन्हें अपनी जिहड़ी आ माया जिहड़ी आ ना, ये भी परमेश्वर ने पैदा की, ये भी कादर द्वारा पैदा की है। जीव भी परमेश्वर ने पैदा किया ते माया भी परमेश्वर ने पैदा की। हुण इहनूं कंट्रोल करने वास्ते एक हुक्म, एक निज़म जां धर्म वो जिहड़ा वा एक लागू कीता। इस सारी सृष्टि नूं इनू जिहड़ा असीं बहुत सौखे तरीके नाल समझना होवे ना, इनू आपां बड़े सौखे तरीके नाल इस पौड़ी नूं आपां समझण दा यतन करांगे।
ਗੁਰਬਾਣੀ ਦੇ ਵਿੱਚ ਹੁਕਮ ਆ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ। ਜਾਂ ਅਸੀਂ ਇਹ ਪੜ੍ਹਦੇ ਹਾਂ, ਏਕ ਪਿਤਾ ਏਕਸ ਕੇ ਹਮ ਬਾਰਕ, ਤੂੰ ਮੇਰਾ ਗੁਰਹਾਈ। ਆਪਾਂ ਇਹ ਪੜ੍ਹਦੇ ਹਾਂ। ਹੁਣ ਦੁਨਿਆਵੀ ਮਾਂ ਬਾਪ, ਕੋਈ ਵੀ ਮਾਤਾ ਪਿਤਾ ਇਹ ਨਹੀਂ ਚਾਹੁੰਦਾ ਵੀ ਮੇਰਾ ਬੱਚਾ ਕਿਤੇ ਜ਼ਿੰਦਗੀ 'ਚ ਕੁਰਾਏ ਪੈ ਜਾਵੇ, ਵੀ ਮੇਰਾ ਬੱਚਾ ਜ਼ਿੰਦਗੀ 'ਚ ਕਿਸੇ ਪੁੱਠੇ ਰਸਤੇ ਪੈ ਜਾਵੇ ਤੇ ਪੁੱਠੇ ਰਸਤੇ ਪੈ ਕੇ ਮਤਾ ਇਹਦਾ ਜਿਹੜਾ ਜੀਵਨ ਆ ਉਹ ਖਰਾਬ ਹੋ ਜਾਵੇ। ਜੇ ਭਲਾ ਦੁਨਿਆਵੀ ਮਾਂ-ਬਾਪ ਇੰਨੀ ਗੱਲ ਨਹੀਂ ਚਾਹੁੰਦਾ, ਤੇ ਜਿਹਨੂੰ ਅਸੀਂ ਆਖਦੇ ਹਾਂ ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਉਹ ਚਾਹੇਗਾ ਵੀ ਅਸੀਂ ਕਿਸੇ ਪੁੱਠੇ ਰਸਤੇ ਤੇ ਪੈ ਜਾਈਏ। ਅਸੀਂ ਕਹਿ ਦਿੰਦੇ ਆ ਨਾ ਜੀ ਗੁਰਬਾਣੀ ਦੇ ਵਿੱਚ ਇੰਜ ਨਹੀਂ ਲਿਖਿਆ, ਜਾਂ ਸਮਝ ਨਹੀਂ ਆਉਂਦੀ, ਜਾਂ ਸੌਖੇ ਤਰੀਕੇ ਨਾਲ ਨਹੀਂ ਸਮਝਦੀ। ਇਹ ਹੋ ਸਕਦਾ ਹੈ ਕਿ ਪਰਮਾਤਮਾ ਜਿਹਨੂੰ ਅਸੀਂ ਸਾਂਝਾ ਸਾਹਿਬ ਕਹਿੰਦੇ ਆ, ਉਹਨੇ ਕੋਈ ਐਸੀ ਰਚਨਾ ਲਿਖੀ ਹੋਵੇ ਜਿਹੜੀ ਸਾਡੀ ਸਮਝ ਨਾ ਆਵੇ। ਉਹ ਗੱਲ ਵੱਖਰੀ ਆ ਵੀ ਅਸੀਂ ਦਿਮਾਗ ਲਾ ਕੇ ਜਿਹੜਾ ਵਾ ਉਹ ਗੁਰਬਾਣੀ ਨੂੰ ਸਮਝਦੇ ਨੇ। ਹੁਣ ਦੋ ਬੱਚੇ, ਕਿਸੇ ਬਾਪ ਦੇ ਦੋ ਬੱਚੇ ਨੇ, ਉਹ ਪਿਤਾ ਉਹਨਾਂ ਬੱਚਿਆਂ ਨੂੰ ਮੇਲਾ ਦਿਖਾਉਣ ਲੈ ਗਿਆ। ਜਿਸ ਵੇਲੇ ਉਹ ਮੇਲਾ ਦੇਖਣ ਗਏ ਤੇ ਮੇਲੇ ਦੇ ਵਿੱਚ ਭੀੜ ਬੜੀ ਸੀ, ਰਸ਼ ਬਹੁਤ ਸੀ। ਹੁਣ ਇੱਕ ਬੱਚੇ ਨੂੰ ਉਂਗਲ ਲਾਇਆ, ਦੂਜੇ ਨੂੰ ਦੂਜੀ ਉਂਗਲ ਲਾਇਆ। ਇੱਕ ਬੱਚਾ ਥੋੜਾ ਛੋਟਾ ਹੈ, ਇੱਕ ਥੋੜਾ ਵੱਡੀ ਉਮਰ ਦਾ ਹੈ। ਜਿਹੜਾ ਛੋਟਾ ਬੱਚਾ ਹੈ ਨਾ, ਉਹ ਡਰ ਗਿਆ ਭੀੜ ਦੇਖ ਕੇ। ਉਹ ਸਮਝਦਾ ਸੀ ਵੀ ਮੈਂ ਬਹੁਤਾ ਸਿਆਣਾ ਨਹੀਂ ਹੈ, ਉਹ ਭੀੜ ਦੇਖ ਕੇ ਡਰ ਗਿਆ। ਉਹ ਕਹਿਣ ਲੱਗਾ ਆਪਣੇ ਪਿਤਾ ਨੂੰ ਵੀ ਪਿਤਾ ਜੀ ਇੰਜ ਕਰੋ, ਮੈਨੂੰ ਤੁਸੀਂ ਗੋਦੀ ਚੁੱਕ ਲਓ, ਮੈਨੂੰ ਆਪਣੇ ਮੋਢੇ ਤੇ ਚੁੱਕ ਲਓ, ਕਿਤੇ ਮੈਂ ਭੀੜ ਦੇ ਵਿੱਚ ਗਵਾਚ ਨਾ ਜਾਵਾਂ। ਹੁਣ ਜਿਹੜਾ ਦੂਸਰਾ ਬੱਚਾ ਸੀ ਉਹ ਥੋੜੀ ਚੰਚਲ ਮੱਤ ਸੀ, ਥੋੜਾ ਸਿਆਣਾ ਵੀ ਸੀ, ਥੋੜੀ ਵੱਡੀ ਉਮਰ ਦਾ ਵੀ ਸੀ। ਉਹ ਆਖਣ ਲੱਗਾ ਕਿ ਮੈਨੂੰ ਕੀ ਹੁੰਦਿਆ, ਮੈਂ ਦੁਨੀਆ ਦਾ ਮੇਲਾ ਸਾਰਾ ਦੇਖਣਾ। ਇਹ ਸਾਰਾ ਮੇਲਾ ਦੇਖਣਾ, ਹੁਣ ਜੇ ਬਾਪੂ ਦੀ ਉਂਗਲ ਫੜੀ ਤੇ ਬਾਪੂ ਨੇ ਇੱਧਰ ਉੱਧਰ ਜਾਣ ਨਹੀਂ ਦੇਣਾ, ਬਾਪੂ ਨੂੰ ਕਹਿਣਾ ਇੱਧਰ ਨਾ ਜਾ, ਇੱਧਰ ਨਾ ਜਾ, ਇੰਜ ਚੱਲਣਾ ਨਹੀਂ, ਮੇਲਾ ਸਾਰਾ ਦੇਖਿਆ ਨਹੀਂ ਜਾਣਾ। ਉਹਨੇ ਮੇਲਾ ਦੇਖਦਿਆਂ ਦੇਖਦਿਆਂ ਆਪਣੇ ਪਿਤਾ ਦੀ ਉਂਗਲ ਛੱਡ, ਆਪਣੇ ਬਾਪ ਦੀ ਉਂਗਲ ਛੱਡ ਦਿੱਤੀ। ਜਿਸ ਵੇਲੇ ਆਪਣੇ ਬਾਪ ਦੀ, ਆਪਣੇ ਪਿਤਾ ਦੀ ਉਂਗਲ ਛੱਡ ਦਿੱਤੀ ਨਾ, ਤਾਂ ਮੇਲੇ 'ਚ ਗਿਆ ਗਵਾਚ। ਜਦੋਂ ਮੇਲੇ 'ਚ ਗਵਾਚ ਗਿਆ, ਉਸ ਭੀੜ 'ਚ ਐਸਾ ਗਵਾਚਾ ਕਿ ਹੁਣ ਕਈ ਲੋਕ ਆ ਕੇ ਕਹਿੰਦੇ ਨੇ ਪੁੱਤ ਤੂੰ ਆਹ ਚੀਜ਼ ਲੈ ਲਾ, ਤੂੰ ਆਹ ਲੈ ਲਾ। ਕਹਿੰਦਾ ਨਹੀਂ, ਮੈਨੂੰ ਬਾਪੂ ਚਾਹੀਦਾ। ਮੈਂ ਕਾਹਨੂੰ ਉਂਗਲ ਛੱਡ ਬੈਠਾ, ਮੈਂ ਕਿਉਂ ਆਪਣੇ ਬਾਪ ਦੀ ਜਿਹੜੀ ਉਂਗਲ ਸੀ ਉਹ ਮੈਂ ਛੱਡ ਬੈਠਾ। ਮੈਂ ਆਪਣੇ ਬਾਪ ਦੀ ਉਂਗਲ ਕਿਹੜੀ ਗੱਲੋਂ ਛੱਡੀ ਕਿ ਮੈਂ ਤਾਂ ਦੁਨੀਆ ਦੇ ਮੇਲੇ ਦੇ ਵਿੱਚ ਅੱਜ ਜਿਹੜਾ ਵਾ ਉਹ ਮੈਂ ਗਵਾਚ ਗਈ। ਹੁਣ ਅਸੀਂ ਦੁਨੀਆ ਦੇ ਮੇਲੇ ਦੇ ਵਿੱਚ ਆ ਕੇ ਗਏ ਆ ਗਵਾਚ। ਸ਼ਿਵ ਸ਼ਕਤ ਮਹਾਰਾਜ ਨੇ, ਪਰਮਾਤਮਾ ਨੇ ਜੀਵਾਤਮਾ ਵੀ ਬਣਾਈ ਆ, ਤੇ ਇਹ ਜਿਹੜੇ ਕੁਦਰਤੀ ਨਜ਼ਾਰੇ, ਜਿਹੜੀ ਮਾਇਆ ਹੈ, ਇਹ ਮਾਇਆ ਦਾ ਪ੍ਰਭਾਵ ਵੀ ਪਰਮੇਸ਼ਰ ਨੇ ਬਣਾਇਆ। ਤੇ ਇੱਕ ਹੁਕਮ ਆ, ਹੁਕਮ ਇਹ ਕੀਤਾ ਹੈ ਵੀ ਆਪਣੇ ਬਾਪ ਦੀ ਉਂਗਲ ਨਹੀਂ ਛੱਡੋ, ਇਹ ਹੁਕਮ। ਹੁਣ ਜਿਹਨੇ ਤੇ ਆਪਣੇ ਬਾਪੂ ਦੀ ਉਂਗਲ ਨਹੀਂ ਛੱਡੀ, ਜਿਹਨੇ ਬਾਪੂ ਦੀ ਉਂਗਲ ਫੜ ਕੇ ਰੱਖੀ ਆ, ਜਿਹੜਾ ਬਾਪੂ ਦੇ ਨਾਲ ਅੰਗ ਸੰਗ ਰਿਹਾ, ਬਾਪੂ ਦੀ ਗੋਦੀ 'ਚ ਬੈਠਾ ਰਿਹਾ, ਉਹ ਤੇ ਨਹੀਂ ਗਵਾਚਦਾ। ਦੁਨੀਆ ਦੇ ਮੇਲੇ 'ਚ ਮੇਲਾ ਵੀ ਦੇਖਦਾ ਹੈ ਤੇ ਗਵਾਚਦਾ ਵੀ ਨਹੀਂ। ਤੇ ਜਿਹੜਾ ਕਹਿੰਦਾ ਮੈਂ ਜ਼ਿਆਦਾ ਸਿਆਣਾ ਹੈ, ਜਿਹੜਾ ਬਾਪੂ ਦੀ ਉਂਗਲੀ ਛੱਡ ਦਿੰਦਾ ਹੈ, ਉਹ ਫਿਰ ਮੇਲੇ 'ਚ ਅਕਸਰ ਗਵਾਚਦਾ। ਫਿਰ ਮੇਲੇ 'ਚ ਐਸਾ ਗਵਾਚਦਾ ਹੈ, ਫਿਰ ਰੋਂਦਾ ਹੈ ਵੀ ਹੁਣ ਕਿਸੇ ਤਰੀਕੇ ਬਾਪ ਦੇ ਨਾਲ ਮਿਲਾਪ ਹੋ ਜਾਏ। ਕਿਉਂਕਿ ਦੁਨੀਆ ਦੇ ਝਮੇਲਿਆਂ 'ਚ ਜਦੋਂ ਬੰਦਾ ਗਵਾਚ ਜਾਂਦਾ ਨਾ, ਫਿਰ ਇੱਕ ਦਿਨ ਜਦੋਂ ਫਿਰ ਆਪਣੇ ਬਾਪੂ ਦੀ ਯਾਦ ਆਉਂਦੀ ਆ ਨਾ, ਫਿਰ ਬੰਦਾ ਕਹਿੰਦਾ ਕਿਸੇ ਤਰੀਕੇ ਮੇਰਾ ਬਾਪ ਨੂੰ ਮਿਲ। ਅਸੀਂ ਰਹਿਣਾ ਮਾਇਆ ਦੇ ਵਿੱਚ ਆ, ਪਰ ਮਾਇਆ ਦਾ ਇਸ ਮੇਲੇ ਦਾ ਪ੍ਰਭਾਵ ਨਹੀਂ ਆਪਣੇ ਤੇ ਪੈਂਦਾ। ਰਹਿਣਾ ਤੇ ਬਣਾਇਆ ਤੇ ਪਰਮੇਸ਼ਰ ਨੇ ਆਏ, ਵਰਤਣਾ ਮਾਇਆ ਗੁਜਰਾਨ ਆ, ਇਹ ਚਾਹੀਦੀ ਹੈ ਜ਼ਿੰਦਗੀ ਜੀਣ ਵਾਸਤੇ। ਪਰ ਮਾਇਆ ਦਾ ਪ੍ਰਭਾਵ ਐਸਾ ਨਹੀਂ ਆਪਣੇ ਤੇ ਪਾ ਲੈਣਾ ਕਿ ਅਸੀਂ ਆਪਣੇ ਬਾਪ ਨੂੰ ਹੀ ਭੁੱਲ ਜਾਈਏ। ਚਿੱਤਰ ਲੱਗਾ ਹੋਇਆ ਨਾ, ਅਸੀਂ ਪੜ੍ਹਦੇ ਬਾਬਾ ਕਬੀਰ ਜੀ ਦੀ ਰਚਨਾ। ਬਾਬਾ ਕਬੀਰ ਜੀ ਦੀ ਰਚਨਾ ਚੱਚਾ ਚਿੱਤਰ, ਚੱਚਾ ਰਚਿਤ ਚਿੱਤਰ ਹੈ ਭਾਰੀ। ਅਸੀਂ ਪੜ੍ਹਦੇ ਹਾਂ ਵੀ ਜਿਹੜਾ ਚਿੱਤਰ ਇੱਕ ਬਣਿਆ ਹੋਇਆ ਨਾ, ਇੱਕ ਲੱਗਾ ਹੈ, ਉਹ ਬੜਾ ਹੀ ਖੂਬਸੂਰਤ, ਬੜਾ ਕੀਮਤੀ ਆ। ਪਰ ਬਾਬਾ ਕਬੀਰ ਜੀ ਕਹਿੰਦੇ, ਉਹ ਕਹਿੰਦੇ ਤਜ ਚਿੱਤਰੇ ਚੇਤੋ ਚਿਤਕਾਰੀ। ਉਹ ਕਹਿੰਦੇ ਚਿੱਤਰ ਵਿੱਚ ਨਾ ਗਵਾਚ ਜਾਓ। ਕਹਿੰਦੇ ਜਿਹੜਾ ਚਿੱਤਰਕਾਰ ਆ, ਜਿਹਨੇ ਚਿੱਤਰ ਬਣਾਇਆ, ਜਿਹੜਾ ਕਲਾਕਾਰ ਆ, ਉਹਦੀ ਸੋਚ ਦੇਖੋ ਕਿੰਨੀ ਖੂਬਸੂਰਤ ਆ, ਜਿਹਨੇ ਏਡਾ ਖੂਬਸੂਰਤ ਜਿਹਨੇ ਐਡੀ ਕਲਾਕਾਰੀ ਬਣਾਈ। ਪਰ ਕੀ ਕਰੀਏ, ਕਰੀਏ ਕੀ?
चित्र बचित्र यह अवचेरा, ये झमेला ही इहो जिहा, चित्र ही इहो जिहा, झमेला ही दुनिया दा इहो जिहा, बंदा इहदे विच गवाच जांदा। बाबा कबीर जी कहंदे तज चितरे चित राख चतेरा, चित जिहड़ा अपना वा वो चित्रकार दे विच रख, चित अपना ना इधर उधर लैके जा। हुक्म जिहड़ा होया ना, मां ने तुरन लग्या घरों आख्या सी भी बेटा जो मर्जी हो जे अपने बापू दी उंगल ना छड्डी। असी मां दा भी हुक्म नहीं मन्निया, बापू ने आख्या चल कोई गल नहीं, मां दा चेता भुल गया पुत मेरी उंगली ना छड्डी, असी फिर भी उंगली छड्ड बैठे, अवेसले हो गए। जिस वेले अवेसले हो गए ते फिर माया दे विच पै के, माया दे प्रभाव दे विच पै के फिर अन्ने हो। जदों अन्ने हो जाएंगे फिर दसना नहीं कुछ। इहो ही गल सच्चे पातशाह समझाई आ, कहंदे शिव शक्त आप उपाय के करता, आपे हुक्म वरताए। ये संसार, ये जीव आत्मा, ये सारा कुछ जिहड़ा वो सच्चे पातशाह ने बनाया ते हुक्म भी लागू कीता। हुक्म ये लागू कीता ते दुनिया च बाप दी उंगली नहीं छड्डी। इस दुनिया दे विच रहिंदे होया जिहड़े संसार बिरख नूं दो फल लगे आ ना, अमृत ते जहर, सच्चे पातशाह कहंदे फल दोनों लगे आ। भैड़ी संगत भी मिलनी आ, चंगियाइयां भी बहुत आ। विवेक बुद्धि दे नाल सोचना मैं जहर पीना कि मैं अमृत चखना। ये विवेक बुद्धि जिहड़ी आ ये वरतनी। हुक्म वरताए आप वेखै, गुरमुख किसे बुझाए, ते हुक्म लागू करके संभाल सारियां दी आप कर रहा है। इस कुदरत दे विच वसिया है, बलिहारी कुदरत वसिया, तेरा अंत ना जाई लिखिया। इहदे विच सारा कुछ कुदरत दे नज़ारे नूं देखदियां कादर नूं चेते रखिए। कादर नूं चेते रखिए, जिस वेले कुदरत दे नज़ारे देखदे आ ये चेता रखिए इस कुदरत नूं साजण वाला जिहड़ा है वो किन्ना बेअंत आ, ओदी वाह वाह करिए, ओदे वारे वारे जाइए। क्योंकि तोड़े बंधन होवे मुकत, शब्द मन वसाए। शब्द की गल की, जिसनों भी गुरु की मत आ गई, जिन्हें गुरु राही समझ ले ली, जिन्हें गुरु राही समझ लैके जड़ा शब्द या गुरु का वो अपने अंदर वसा लिया। जेड़े ख्याल गुरु नालों तोड़दे सी उन्हां ख्यालां नूं गुरु दे ज्ञान नाल परे कढ दिता। हुण वो ख्याल ही नहीं अपने मन दे विच आउंदे, जिन्हां शब्द नूं सदा मन च वसा लिया। फिर उन्हां दे जिहड़े बंधन सी, कदी कदी काम दा बंधन, कदी क्रोध दा बंधन, कदी किसी तरह दा बंधन, इस दुनिया च रहिंदियां जिहड़े बड़े ही बंधन सी वो बंधन आपे ही हौली हौली जिहड़े आ वो टुट गए। क्योंकि शब्द ते पहरा देना शुरू कर, शब्द नूं मन दे विच वसाउणा है, शब्द ते पहरा देना है। जे शब्द ते पहरा ना देवांगे ते फिर छुट्टे तिल बुआड़ जिओ, सुइयां अंदर खेत, फिर बुआड़ दे बूटे बन जाए। जिन्हां नूं किसान अपने घर नहीं लैके जांदा, किसान उत्थे ही रख जांदा, वो तिल लै जांदा है ते जिहड़े बुआड़ हुंदे आ उन्हां नूं बुआड़ नूं खेतां च रहन दिंदा, ते जिहड़े खेत च रह जांदे बुआड़ दे बूटे उन्हां दा कोई खसम ही नहीं बनदा, कोई रखवाला ही नहीं बनदा हुंदा। कदी कबर पूजा, कदी दूजे दी, कदी तीजे दी, कदी चौथे दी, किसे नहीं बांह फड़नी। जिन्नी देर तक धन धन गुरु ग्रंथ साहब महाराज की बाणी, जिन्नी देर तक गुरु ग्रंथ साहब के शब्द ये मन च ना वसाए। गुरमुख जिसनों आप करे सो होवे, एक स्यों लवलाए गुरु दे रस्ते ते ओही तुरदा है। जिन्हों गुरु समत बख्शदा है ते समत भी उन्होंने आनी है जिहदे मन दे अंदर पढ़ाई करन दी चाहना होए। पढ़ाई हुण उन्होंने ही आनी जिहड़ा चाहूगा मैनूं पढ़ना आवे। जिहड़ा आखे भी मैं पढ़ना ही नहीं तो इंज ही रिजल्ट आ जाए, इंज नहीं आना, पढ़ाई करनी पैनी। समत गुरु हमेशा बख्शदा है, पर मन दे विच ये रवे मैं आत्मक आनंद दा पांधी बनना है, मैं आत्मक आनंद प्राप्त करना है। जिस वेले ये होएगा तो गुरु के शब्द नाल जुड़ांगे। जदों गुरु के शब्द नाल जुड़ांगे तो फिर पता लग जाता कि गुरु का शब्द ऐसा रतन आ, ऐसी दात आ। इस संसार विच रहिंदे आ जे जीव आत्मा उन्हें बनाई आ, माया भी उन्हें बनाई आ, पर जेड़ा दा हुक्म आ कहे नानक आप करता, आपे हुक्म बुझाए। फिर इस हुक्म नूं भी सच्चे पातशाह आपे समझा दिंदा। ये हुक्म जिहड़ा लागू कीता, हुक्म दे अंदर रवांगे, निज़मां दे अंदर रवांगे ते सदा सुखी रवांगे। जे हुक्म तोड़ांगे, निज़म नूं तोड़ांगे, नहीं हुक्म अनुसार जीवांगे ते फिर आत्मक आनंद दी अवस्था जिहड़ी आ वो कदी भी प्राप्त नहीं हो सकदी। फिर इस तरह ही बुवाड़ वांगू ही फिर बुवाड़ दे बूटे बने रवांगे। अगे सच्चे पातशाह समझाउंदे
सिमरत शास्त्र पुण्य पाप विचार दे, तत्तै सार ना जानी, तत्तै सार ना जानी गुरु बचो, तत्तै सार ना जानी। तेही गुणी संसार परम सुता, सुत्या रैन विहाणी। गुर कृपा ते से जन जागे, जिना हर मन वसिया, बोले अमृत बाणी। कहे नानक सो तत पाए, जिसनो अन दिन हर लिव लागे, जागत रहन विहाणी। जिन्हां दे मन अंदर प्रभु दा प्रेम पैदा हो गया, जिन्हां दे मन अंदर शब्द वस गया, फिर वो अपने आप नूं आरे नाल तां चरवा लेंदे आ, पर उन्हां नूं फिर ओहदे विचारां वल्लों पिठ मोड़ के जीना, किते ओहदी पिठ हो जावे, ओहदे दर्शन ना होण, वो मंजूर नहीं। वो कहंदे आरे नाल तां भावें चीरे जाइए, फिर करवत भला ना करवट तेरी वाली जिहड़ी हालत आ, फिर वो हो जाती। प्रचलित धार्मिक ग्रंथ संसार ते बहुत, इन्हां धार्मिक ग्रंथां दे जिहड़े दायरे जिहड़े सी, उन्हां सिक्ख्या बड़ी दित्ती। जिहड़े ग्रंथ ने अपनी अपनी जगह ते सारे चंगे ने, पर तत्त दी जिहड़ी गल आ ना, सच्चे पातशाह ने आखी, तत्त दी गल जिहड़ी आ वो किसे नहीं समझ आई। हुण तत्त दी गल किहड़ी है? अपने आप दी पछाण करना, आपे दी पछाण होना कि मन तू ज्योत स्वरूप है, अपना मूल पछाण, ये किसे नहीं समझाया। दुनिया दी पछाण करनी, संसार दी पछाण करनी, ते दुनिया की आ, ये तत्त आ, ये असलीयत आ। ये सच्चे पातशाह ने गुरबाणी च समझाया कि कबीर दीन गवाया दुनी स्यों दुनी न चाली साथ, पाए कुहाड़ा मारिया गाफल अपनी हाथ। जा नानक दुनिया कैसी होई सालक में ना रहे कोई, आप पढ़ते हैं गुरबाणी च, ये तत्त दी गल है, असलीयत। तत्त दा मतलब असलीयत। रब्बी ज्ञान जेड़ा वा, रब की आ जेड़ा, वो नहीं दसिया। मंजिल की आ, केड़ी मंजिल ते असीं पहुंचना है, ਇਹਦੇ बारे समझाया ही नहीं। कदी चार क पत्थर रख ले ते पूजा करा ली रब मन के, ये चार पत्थर रख लो ते ये रब दी पूजा है। किसे दरख्तां दी पूजा करवा लई, रुखां दी पूजा करवा लई, ये रब आ, इत्थों में इन्हां दी पूजा कर लो तो रब दी प्राप्ति हो जाऊगी। किसे ने किसे चीज दी पूजा करा ली, किसे ने अपनी ही पूजा करा ली कि मेरी पूजा कर लो, मेरे अंदर रब आ। ते इत्थों तक उलझा के रखिया कि पाप ते पुण्य दी विचार जेड़ी, बस इन्ना की कहंदे रहे कि आ दान करोगे ते जेड़ा वा वो पुण्य मिलूगा, नहीं करोगे तो फिर जेड़े आ वो नरकां दे वासी बनोगे, पापी बन जाओगे। इसे चक्कर दे विच पा के ते समाज नूं धार्मिक जेड़े कहंदे कहवांदे गुरु सी, उन्हां लुटिया। तां ही बाबा कबीर जी ने आख्या सी, कबीर बामण गुरु है जगत का, भगतन का गुरु है। वो कहंदे भी ये ते धार्मिक आगू जेड़े ने समाज नूं लुट रहे ने, ते लुट भी ऐसी कर रहे, चारे वेदां दे विच आप डुबे पे आ ना। उन्हां नूं ये समझदे आ ते दुनिया जेड़ी विचारे इन्हां दे कोल पुछण आउंदे आ, उन्हां नूं भी इन्हां ने वेदां दे विच डुबा छड्डिया भी इहदे च आ लिखिया, तुहानूं हुण आ करना पऊगा, हुण इस पासे जाना पऊगा, हुण इत्थे जाके नहाओ, हुण इत्थे जाके आ पूजा प्रतिष्ठा कर लो। बस यही चक्कर जेड़ा कि चल रहा। 27 सिमरतियां, 6 शास्त्र, चार वेद आ, जिहड़ियां 27 सिमरतियां है ना, ये वेदां दा तत्त है। ते इन्हां दे विचों जिहड़ी सब तो तकड़ी, जिन्हों मन्निया जांदा, सब तो फेमस आ, वो वा मन्नू सिमरती। वो हर बंदे नूं पढ़नी जरूर चाहिदी है। कोई भी देखो ग्रंथ आ, कोई किताब आ, कोई माड़ा नहीं, पढ़ना सारियां चीज़ां नूं चाहिदा, जिहदे विच समा लगे सब नूं पढ़ना चाहिदा। हुण मन्नू सिमरती जिहड़ी आ, ये सब तो उत्तम है, उपर आ उन्हां दे वास्ते। वो कहंदे जी ये उत्तम आ ते उपर भी है। ये मन्नू सिमरती की कहंदी, कहंदी जी एक ते औरत नूं गुलाम बना के रखो। ये जिहड़ी औरत आ, औरत नूं
ਧਰਮ ਦਾ, ਧਾਰਮਿਕ ਖੇਤਰ ਦਾ ਕਹਿੰਦੇ ਕੋਈ ਜਿਹੜਾ ਅਧਿਕਾਰ ਹੀ ਨਹੀਂ ਹੈ। 4 ਹਿੱਸਿਆਂ ਦੇ ਵਿੱਚ ਸਮਾਜ ਨੂੰ ਵੰਡ ਕੇ ਰੱਖੋ, ਇਹ ਵੀ ਮਨੂ ਸਿਮਰਤੀ ਚ ਲਿਖਿਆ। ਇਹ ਸਾਰਾ ਕੁਝ ਜਿਹੜਾ ਇੰਨਾ ਕੁਛ ਹੈ ਨਾ, ਇਹ ਇਹਦੇ ਚ ਲਿਖਿਆ। ਪਰ ਜਿਸ ਵੇਲੇ ਅਸੀਂ ਗੁਰਬਾਣੀ ਪੜ੍ਹਦੇ ਆ ਤੇ ਗੁਰਬਾਣੀ ਤੱਤ ਦੀ ਗੱਲ ਕਰਦੀ, ਅੰਮ੍ਰਿਤ ਬਾਣੀ ਤੱਤ ਵਖਾਣੀ ਪਾਪ ਪੁੰਨ ਕੀ ਸਾਰ ਨਾ ਜਾਣੀ। ਅੰਮ੍ਰਿਤ ਬਾਣੀ ਤੇ ਇਸ ਤਰ੍ਹਾਂ। ਹੁਣ ਅੰਮ੍ਰਿਤ ਬਾਣੀ ਦੇ ਵਿੱਚ ਜਿਹੜਾ ਤੱਤ ਆ ਉਹ ਆਪਾਂ ਪੜ੍ਹਦੇ ਆ, ਸੋ ਕਿਉ ਬਿਸਰੇ ਜੇ ਘਾਲ ਨਾ ਭਾਨੇ, ਸੋ ਕਿਉ ਬਿਸਰੇ ਜੇ ਕੀਆ ਜਾਣੇ, ਸੋ ਕਿਉ ਬਿਸਰੇ ਜੇ ਸਭ ਕੁਛ ਦੀਆ, ਸੋ ਕਿਉ ਬਿਸਰੇ ਜੇ ਜੀਵਨ ਜੀਆ। ਆਪਾਂ ਇਹ ਸਾਰੀ ਜਿਹੜੀ ਪੌੜੀ ਆ ਉਹ ਪੜ੍ਹਦੇ ਆ ਤੇ ਆਖਰ ਤੇ ਆ ਕੇ ਆਪਾਂ ਪੜ੍ਹਦੇ ਆ ਗੁਰ ਪੂਰੇ ਤੱਤ ਇਹ ਬੁਝਾਇਆ। ਇਹ ਸਾਰਾ ਤੱਤ ਆ ਜਿਹੜਾ ਸੱਚੇ ਪਾਤਸ਼ਾਹ ਨੇ ਆਖਿਆ, ਜੇ ਅਸੀਂ ਵਿਸਾਰ ਦਾਂਗੇ ਉਸ ਅਕਾਲ ਪੁਰਖ ਨੂੰ ਜਿਹਨੇ ਸਭ ਕੁਝ ਦਿੱਤਾ ਹੈ, ਜਿਹਨੇ ਜੀਵਨ ਦਿੱਤਾ, ਜਿਹਨੇ ਮਿਹਨਤ ਕਰਨ ਦੀ ਸੋਝੀ ਦਿੱਤੀ ਹੈ, ਜਿਹਨੇ ਉਦਮ ਬਖਸ਼ਿਆ ਹੈ, ਉਹਨੂੰ ਕਿਵੇਂ ਅਸੀਂ ਉਹਨੂੰ ਵਿਸਾਰ ਦਾਂਗੇ ਤੇ ਫਿਰ ਕਿਵੇਂ ਜੀਵਾਂਗੇ। ਜਗ੍ਹਾ ਜਗ੍ਹਾ ਤੇ ਗੁਰਬਾਣੀ ਸਾਨੂੰ ਸਮਝਾਉਂਦੀ ਹੈ। ਪਰ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ। ਇਹ ਜਿਹੜੇ ਜਿਹੜੀਆਂ ਸਿਮਰਤੀਆਂ, ਇਹ ਜਿਹੜੇ ਸ਼ਾਸਤਰ ਨੇ, ਇਹ ਸਿਰਫ ਪੁੰਨ ਤੇ ਪਾਪ ਦੀ ਵਿਚਾਰ ਤੇ ਆ ਕੇ ਰੁਕ ਜਾਂਦੇ, ਇਸ ਤੋਂ ਅੱਗੇ ਨਹੀਂ ਜਾਂਦੇ। ਇਸ ਤੋਂ ਅੱਗੇ ਜਿਹੜੀ ਤੱਤ ਦੀ ਗੱਲ ਆ ਨਾ, ਤੱਤੈ ਸਾਰ ਨਾ ਜਾਣੀ, ਗੁਰੂ ਬਾਝੋਂ ਤੱਤੈ ਸਾਰ ਨਾ ਜਾਣੀ, ਇਹ ਅਸਲ ਦੀ ਗੱਲ, ਜੀਵਨ ਦਾ ਅਸਲ ਮਕਸਦ ਜਿਹੜਾ ਹੈ ਉਹ ਨਹੀਂ ਸਮਝਾਉਂਦੇ। ਜੀਵਨ ਦਾ ਅਸਲ ਮਕਸਦ ਜਿਹੜਾ ਇਹਨਾਂ ਨੇ ਕਦੀ ਇਹ ਦੱਸਿਆ ਹੀ ਨਹੀਂ ਕਿ ਆਇਓ ਸੁਣਨ ਪੜਨ ਕੋ ਬਾਣੀ, ਨਾਮ ਵਿਸਾਰ ਲੱਗਿਆ ਲਾਲਚ ਦਰਥਾ ਜਨਮ ਪੁਰਾਣੀ। ਇਹ ਕਦੀ ਦੱਸਦੇ ਹੀ ਨਹੀਂ ਇਸ ਗੱਲ। ਇਹਨਾਂ ਇਹ ਗੱਲ ਸਮਝਾਈ ਨਹੀਂ, ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿ ਤੂੰ ਪਕੜੇ ਸਭ ਮੁਕਦੀ ਚੱਲੀ ਰਹਿਣ। ਇਹ ਗੱਲ ਹੀ ਨਹੀਂ ਸਮਝਾਈ। ਇਹਨਾਂ ਕਦੀ ਇਹ ਗੱਲ ਦੱਸੀ ਨਹੀਂ ਵੀ 4 ਗਵਾਇਆ ਹੰਡ ਕੇ 4 ਗਵਾਇਆ ਸਮ, ਕਹਿੰਦੇ ਲੇਖਾ ਰੱਬ ਮੰਗੇਸੀਆ ਤੂੰ ਆਹੋ ਕਿਹੜੇ ਕੰਮ। ਇਹ ਕਦੀ ਦੱਸਦੇ ਹੀ ਨਹੀਂ, ਕਦੀ ਦੱਸਿਆ ਹੀ ਨਹੀਂ ਇਹਨਾਂ ਨੇ। ਆਪ ਨਾ ਭਜਸ ਭਜਸ ਕਬ ਭਾਈ ਆਵੇ ਅੰਤ ਨਾ ਭਜਿਆ ਜਾਈ। ਇਹ ਗੱਲ ਹੀ ਨਹੀਂ ਸਮਝਾਈ, ਇਹ ਦੱਸਿਆ ਹੀ ਨਹੀਂ ਇਹਨਾਂ ਨੇ। ਕਦੀ ਇਹ ਗੱਲ ਦੱਸੀ ਨਹੀਂ ਕਿ ਮਾਨਸ ਜਨਮ ਦੁਲੰਭ ਹੋਏ ਨਾ ਬਾਰੰਬਾਰ, ਜੋ ਬਨ ਫਲ ਪਾ ਕੇ ਭੁਆਏ ਜਿਹੜੇ ਬਹੁਤ ਨਾ ਲੱਗੇਗਾ। ਦੱਸਦੀ ਪਾਪ ਪੁੰਨ ਦੀ ਜਿਹੜੀ ਸਾਰ ਆ, ਇਹ ਬਸ ਇੱਥੋਂ ਤੱਕ ਹੀ ਆ ਇਹਨਾਂ ਨੂੰ ਵੀ ਆਹ ਦਾਨ ਕਰ ਦੋ ਤੇ ਤੁਹਾਨੂੰ ਇੰਝ ਹੋ ਜੂ, ਆਹ ਨਾ ਕਰੋਗੇ ਤੇ ਇਸ ਤਰ੍ਹਾਂ ਨਾ ਹੋਊਗਾ। ਗੁਰਬਾਣੀ ਦੇ ਵਿੱਚੋਂ ਗੁਰਬਾਣੀ ਨੇ ਸਾਨੂੰ ਉਪਦੇਸ਼ ਦਿੱਤਾ ਹੈ ਰੱਬ ਦਾ ਰੂਪ ਕਿਵੇਂ ਹੋਣਾ ਹੈ। ਇਹਨਾਂ ਰੱਬ ਦਾ ਰੂਪ ਹੋਣਾ ਦੱਸਿਆ ਹੀ ਨਹੀਂ ਗੁਰਬਾਣੀ 'ਚ, ਤੇ ਸਿੱਧਾ ਲਿਖਿਆ ਜਿਉਂ ਜਲ ਮੇ ਜਲ ਆਏ ਖਟਾਨਾ ਤਿਉ ਜੋਤੀ ਸੰਜੋਤ ਸਮਾਨਾ। ਜਲ ਦੇ ਵਿੱਚ ਜਲ ਜਿਵੇਂ ਮਿਲ ਜਾਂਦਾ, ਜੋਤ 'ਚ ਜੋਤ ਕਿਵੇਂ ਮਿਲਣੀ, ਰੱਬ ਦਾ ਰੂਪ ਜਿਹੜਾ ਹੈ ਉਹ ਕਿਵੇਂ ਹੋਣਾ। ਤੇ ਇਹ ਗੱਲ ਯਕੀਨੀ ਬਣਨੀ ਆ ਜਦੋਂ ਗੁਰੂ ਦੀ ਸ਼ਰਨ 'ਚ ਆਉਣਾ। ਤੇ ਗੁਰੂ ਦੀ ਸ਼ਰਨ, ਗੁਰੂ ਕੌਣ ਆ? ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਜਿਸ ਵੇਲੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸ਼ਰਨ 'ਚ ਆ ਜਾਂਦੇ ਆ, ਉਸ ਵੇਲੇ ਇਹਨਾਂ ਸਾਰੀਆਂ ਗੱਲਾਂ ਦੀ ਸਮਝ ਆਉਣੀ ਆ। ਨਹੀਂ ਤੇ ਤੇਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆ ਰਹਿਣ ਵਹਾਣੀ, ਤੇਹੀ ਜਾਣੀ ਤਿੰਨਾਂ ਸੁਭਾਵਾਂ ਵਾਲੀ ਮਾਇਆ, ਜਿਹਨੂੰ ਰਜੋ ਤਮੋ ਸਤੋ ਆਖਦੇ ਆ। ਜਾਗਤ ਸੁੱਤਿਆ ਰਹਿਣ, ਰਹਿਣ ਦਾ ਮਤਲਬ ਆ ਉਮਰ, ਇੱਥੇ ਉਮਰ ਆਏਗਾ ਰਹਿਣ ਦਾ ਮਤਲਬ। ਸੁੱਤਿਆਂ ਹੀ ਸੰਸਾਰ ਜਿਹੜਾ ਵਾ ਉਹ ਇਹਨਾਂ ਤਿੰਨਾਂ ਗੁਣਾਂ ਦੇ ਵਿੱਚ, ਰਜੋ ਤਮੋ ਸਤੋ ਦੇ ਵਿੱਚ ਭਟਕਿਆ ਪਿਆ ਹੈ। ਇਹਨਾਂ ਤਿੰਨਾਂ ਦੇ ਵਿੱਚ ਭਟਕ ਕੇ ਆਪਣੀ ਜਿਹੜੀ ਜ਼ਿੰਦਗੀ ਆ ਉਹ ਗਵਾ ਲਈ। ਤਮੋ ਦਾ ਮਤਲਬ ਹਨੇਰਾ, ਅੰਧਕਾਰ। ਤੇ ਹਨੇਰਾ ਕੀ ਆ? ਹਨੇਰਾ ਇਹ ਆ ਵੀ ਕਰੋਨਾ ਅਖੰਡ ਪਾਠ ਸਾਹਿਬ ਆ, ਪਰ ਵਿਚਾਰ ਇਹ ਪੁੱਛਦੇ ਆ ਜੀ ਕਿਹੜਾ ਦਿਨ ਚੰਗਾ ਹੈ, ਕਿੱਦਣ ਪਾਠ ਰਖਾਈਏ। ਬਈ ਬਾਣੀ ਪੜ੍ਹਨੀ ਆ, ਬਾਣੀ ਪੜ੍ਹਨ ਲਈ ਵੀ ਦਿਨ ਪੁੱਛਣ ਦੀ ਲੋੜ ਆ। ਇਹ ਹਨੇਰੇ ਵਾਲੀ ਜ਼ਿੰਦਗੀ ਨਹੀਂ, ਇਹ ਤਮੋ ਗੁਣ ਆ। ਤਮੋ ਗੁਣ ਕਿਹੜਾ ਹੈ ਵੀ ਮੈਨੂੰ ਆਹ ਕੰਮ ਹੋ ਗਿਆ, ਕਹਿੰਦੇ ਮਹੀਨਿਆਂ ਦੀ ਵਿਚਾਰਾਂ ਅਸੀਂ ਪੁੱਛਦੇ ਆ, ਦਿਨਾਂ ਵਾਰਾਂ ਦੀਆਂ ਵਿਚਾਰਾਂ ਅਸੀਂ ਪੁੱਛਦੇ ਆ, ਗੁਰਦੁਆਰੇ 'ਚ ਜਾ ਕੇ ਨਾਰੀਅਲ ਅਸੀਂ ਰੱਖ ਕੇ ਆਉਂਦੇ ਆ, ਸ਼ਨੀਵਾਰ ਆ ਗਿਆ ਮਾਂ ਦੀ ਦਾਲ ਅਸੀਂ ਚੜਾ ਕੇ ਆਉਂਦੇ ਆ, ਕਾਲੇ ਛੋਲਿਆਂ ਦਾ ਪ੍ਰਸ਼ਾਦ ਅਸੀਂ ਚੜਾ ਕੇ ਆਉਂਦੇ ਆ। ਇਹ ਕੀ ਆ? ਇਹ ਤਮੋ ਗੁਣ ਹੈ। ਤਮੋ ਗੁਣ 'ਚ ਅਸੀਂ ਫਸੇ ਪਏ ਆ। ਇਸ ਤੋਂ ਅਗਲਾ ਰਜੋ ਗੁਣ। ਰਜੋ ਗੁਣ ਕੀ? ਰਜੋ ਦਾ ਮਤਲਬ ਰਾਜਨੀਤੀ। ਰਾਜਨੀਤੀ ਜਿਹੜੀ ਕਰਨੀ ਬੜੀ, ਰਾਜਨੀਤੀ ਮਾੜੀ ਨਹੀਂ ਹੈਗੀ, ਪਰ ਅੱਜ ਦੀ ਜਿਹੜੀ ਰਾਜਨੀਤੀ ਬਣ ਗਈ, ਜਿਹੜੇ ਰਜੋ ਗੁਣ 'ਚ ਫਸੇ ਨੇ, ਉਹ ਕਿਹੜੇ 'ਚ ਫਸੇ ਨੇ? ਕਿਵੇਂ ਦੂਜੇ ਦੀਆਂ ਲੱਤਾਂ ਖਿੱਚ ਕੇ ਮੈਂ ਕਿਵੇਂ ਅੱਗੇ ਲੰਘ ਜਾ। ਇਹ ਕਿਵੇਂ ਹੋ ਗਿਆ ਵੀ ਦੂਜਾ ਬੰਦਾ ਮੇਰੇ ਨਾਲੋਂ ਅੱਗੇ ਲੰਘ ਗਿਆ, ਤੇ ਫਿਰ ਉਹਨੂੰ ਪਿੱਛੇ ਕਰਨ ਵਾਸਤੇ ਬੜੀ ਤਰ੍ਹਾਂ ਦੀਆਂ ਗੰਦੀਆਂ ਰਾਜਨੀਤੀਆਂ ਜਿਹੜੀਆਂ ਨੇ ਉਹ ਖੇਡੀਆਂ ਜਾਂਦੀਆਂ। ਇੱਕ ਹੁੰਦਾ ਸਤੋ ਗੁਣ। ਸਤੋ ਗੁਣ ਦਾ ਮਤਲਬ ਇਹ ਚੰਗੀ ਗੱਲ ਆ
सेवा करनी, सेवा भावना करनी, भांडियां दी बर्तनां दी सेवा कर लई, लंगर बनाया, सारा कुछ चंगे गुण जाने। पर इन्हां चंगे गुणां दे विच ही फस के जिहड़े आ वो बैठे आ। बस अपनी तारीफ दी जिहड़ी आ वो जरूरत आ भी मेरी तारीफ होवे ते मेरे तो वधिया कोई दूजा नहीं कर सकदा। मैं जिहड़े धार्मिक काम कर रहा है बस यही सब कुछ आ, इस तो उपर होर कुछ नहीं। सब तो उपर सच्चे पातशाह दसी आ जिन्हों तुरिया अवस्था आखदी। साडे लई जिहड़ी सहज दी अवस्था तुरिया अवस्था होवा इस सिख ने जो पढ़िया है, जो समझिया है, जो पढ़ के समझिया है ओदे अनुसार अपनी जिंदगी जिउणी आ, ओदे अनुसार अपने आप नूं सचखंड दे वासी बनाउणा है, वो सहज अवस्था। वो इन्हां तिन्नां गुणां तो उपर आ, पर बहुता करके असीं सारे जिहड़े आ वो सुत्ते पए आ रजो तमो ते सतो दे विच। बहुते ते तमो दे विच ही है, फिर रजो चा फिर सतो दे विच भी बथेरी दूर। बस इन्हां ही तिन्नां गुणां दे विच भटके पए आ। अगे गुर किरपा ते से जन जागे जिन्हां हर मन वसिया, बोले अमृत बाणी गुरु दी किरपा सदका। गुरु दी मेहर दे नाल ਉਹ ਲੋਕ ਜਾਗਦੇ ਨੇ ਜਿਨ੍ਹਾਂ ਦੇ ਮਨਾਂ ਦੇ ਵਿੱਚ ਰੱਬ ਵਸ ਗਿਆ। ਰੱਬ ਵਸ ਗਿਆ ਭਾਵ ਜਿਨ੍ਹਾਂ ਨੇ ਅਸਲੀਅਤ ਨੂੰ ਸਮਝ ਲਿਆ। ਅਸਲੀਅਤ ਨੂੰ ਕਿਵੇਂ ਸਮਝਿਆ, ਤੱਤ ਨੂੰ ਕਿਵੇਂ ਸਮਝਿਆ, ਜਿਨ੍ਹਾਂ ਸ਼ਬਦ ਨਾਲ ਸਾਂਝ ਪਾ ਲਈ। ਜਦੋਂ ਸ਼ਬਦ ਦੇ ਨਾਲ ਸਾਂਝ ਪੈ ਗਈ, ਸ਼ਬਦ ਅੰਦਰ ਵਸ ਗਿਆ, ਸਮਝੋ ਰੱਬ ਦੇ ਅੰਦਰ ਵਸ ਗਿਆ। ਰੱਬ ਅੰਦਰ ਵਸ ਗਿਆ ਤੇ ਤੱਤ ਦੀ ਗੱਲ ਜਿਹੜੀ ਆ ਪਤਾ ਲੱਗ ਗਈ। ਫਿਰ ਉਹ ਸਦਾ ਹੀ ਰੱਬ ਦੀ ਸਿਫਤ ਸਲਾਹ 'ਚ ਬੋਲੇ ਅੰਮ੍ਰਿਤ ਬਾਣੀ, सदा फिर ਉਹਦੀ ਸਿਫਤ ਸਲਾਹ 'ਚ ਲੱਗੇ ਰਹਿੰਦੇ ਨੇ। ਫਿਰ ਜੋ ਮੇਰੇ ਰੱਬ ਨੇ ਕਿਹਾ ਹੈ ਉਹਦੇ ਅਨੁਸਾਰ ਆਪਣੀ ਜ਼ਿੰਦਗੀ ਜਿਉਂਦੇ ਨੇ। ਕਹੇ ਨਾਨਕ ਸੋ ਤਤ ਪਾਏ ਜਿਸ ਨੂੰ ਅਨ ਦਿਨ ਹਰ ਲਿਵ ਲਾਗੇ, ਜਾਗਤ ਰਹਿਣ ਵਿਹਾਣੀ। ਤੇ ਜੋ ਬਾਣੀ ਨੂੰ ਪੜ੍ਹਦੇ ਨੇ, ਸੁਣਦੇ ਨੇ, ਉਹ ਉਸਤਤ ਕਰਦੇ ਨੇ, ਸਮਝੋ ਉਹਨਾਂ ਨੇ ਤੱਤ ਦੀ ਪਛਾਣ ਜਿਹੜੀ ਹੈ ਉਹ ਕਰ ਲਈ। ਤੱਤ ਦੀ ਪਛਾਣ ਇਹੋ ਹੀ ਆ ਕਿ ਜਿਨ੍ਹਾਂ ਨੇ ਗੁਰਬਾਣੀ ਦੇ ਨਾਲ ਸਾਂਝ ਪਾ ਲਈ, शब्द दे नाल सांझ पा ली, शब्द नाल सांझ पा के अपने आप नूं रब रूप बना लिया। जदों रब रूप बन गए फिर वो इस विचार च नहीं पैंदे भी मेरा कारोबार च ढिल मठ आ गई आ, मैं नग पा लूं। फिर वो इस विचार च नहीं, फिर वो सोचते ने कि कित्थों आई आ ढिल मठ, किहड़ी चीज आ, किते मैं ही ते नहीं गलत जा रहा। फिर वो पड़चोल करदे, क्योंकि शब्द ने सोझी देनी भाई अपने आप नूं भी खोज के वेख भी किते तेरे च ते नहीं गलती जिहदे करके गलत हो रहा है। फिर वो जिहड़े दिनां दी विचार करदे, अज सिर नहीं नहाउणा, अज कपड़े नहीं धोने, राती नौह नहीं कट्टने, लून झाड़ू चढ़ा के नहीं है। वो जिहड़े लून झाड़ू चढ़ा के आंदे आ, लून झाड़ू चढ़ाना माड़ी गल नहीं, जरूरत है गुरुद्वारा साहब जरूर चढ़ाओ, पर लून झाड़ू ये सोच के चढ़ाना कि मेरी आ बीमारी दूर हो जाए, महाराज इस करके लून झाड़ू चढ़ा रहा है। ਇਹਦੇ ਤੋਂ ਸੱਚੇ ਪਾਤਸ਼ਾਹ ਇਹ ਕਿਤੇ ਨਹੀਂ ਲਿਖਿਆ ਗੁਰੂ ਗ੍ਰੰਥ ਸਾਹਿਬ 'ਚ। ਝਾੜੂ ਖੋਲ ਕੇ ਚੌਂਕ ਦੇ ਵਿੱਚ ਰੱਖਿਆ ਹੋ, ਜੇ ਤੁਹਾਡਾ ਸੰਜੋਗ ਨਹੀਂ ਖੁੱਲਦਾ ਤੁਸੀਂ ਝਾੜੂ ਖੋਲ ਕੇ, ਕਈ ਜਾਣੇ ਤਾਲੇ ਖੋਲ ਕੇ ਜਾਂ ਤਾਲਾ ਬੰਦ ਪਤਾ ਨਹੀਂ ਕੁਛ ਇਸ ਤਰ੍ਹਾਂ ਦਾ ਵੀ ਕਰਦੇ ਨੇ, ਉਹ ਰੱਖ ਕੇ ਆਉਂਦੇ ਨੇ। ਕਈ ਕੁਛ ਕਰਦੇ, ਕਈ ਕੁਛ ਕਰਦੇ। ਜਿਨ੍ਹਾਂ ਦੇ ਅੰਦਰ ਰੱਬ ਦੀ ਵਿਚਾਰ ਵਸ ਗਈ, ਜਿਨ੍ਹਾਂ ਦੇ ਅੰਦਰ ਪ੍ਰੇਮ ਵਸ ਗਿਆ, ਜਿਨ੍ਹਾਂ ਨੇ ਸ਼ਬਦ ਦੇ ਨਾਲ ਸਾਂਝ ਪਾ ਲਈ, ਫਿਰ ਉਹ ਇਹਨਾਂ ਸਾਰੀਆਂ ਗੱਲਾਂ 'ਚੋਂ ਬਾਹਰ ਨਿਕਲ ਆਉਂਦੇ ਨੇ। फिर वो जड़ा हीरे वर्गा जन्म है ना, रतन नाम नू भी रतन आख्या गया है, ते जन्म जेड़ा है इनू भी रतन आख्या गया है, ते शब्द नू भी रतन आख्या गया है। गुरबाणी दे विच इन्हां तिन्नां चीज़ां नू रतन आख्या। शब्द भी रतन है, जन्म भी रतन है, ते नाम भी रतन है। जिन्हां नू नाम रतन दी, शब्द रतन दी प्राप्ति हो जाती है, फिर उन्हां दा जन्म हीरे वर्गा हो जाता, रतना वर्गा हो जाता। फिर वो इधर उधरले पासे नहीं जाता। फिर वो सारिया विचारां नूं समझ। आओ असीं भी आत्मक आनंद की प्राप्ति वास्ते वाकई आनंद साहब की विचार जिहड़ी जो सच्चे पातशाह समझाई आ, उस तरह आनंद साहब की विचार समझनी शुरू करिए। जिवें जिवें असीं आनंद साहब नूं समझना, जिवें जिवें आनंद की बाणी नूं पढ़ना ते समझना शुरू करांगे, शायद कोई पौड़ी, शायद कोई एक लाइन साडे हिरदे दे विच कोई एक पंक्ति वस जावे ते किते असीं भी अपना जन्म हीरे वर्गा बना लईए, किते असीं भी इस पासे तुर पईए, असीं भी किते सोने वर्गी जिंदगी जिहड़ी है उहनूं ओहो जी जिंदगी साडी बन जावे। असीं भी इस तरह की जिंदगी बना के अपना जीवन जीना शुरू कर दईए। इन्नियां विचारां करदियां होइयां
ਅਨੇਕਾਂ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਮੰਗਦਿਆਂ ਹੋਇਆਂ ਆਓ ਜੀ ਆਪਾਂ ਸਾਰੇ ਰਲ ਮਿਲ ਕੇ ਫਤਿਹ ਦੇ ਨਾਲ ਸਾਂਝ ਪਾਈਏ। ਆਖੋ ਜੀ, ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ, ਵਾਹਿਗੁਰੂ ਜੀ ਫਤਿਹ। ਕੀ ਫਤਿਹ। ਫਤਿਹ, ਫਤਿਹ ਭੈਣ ਜੀ।